ਮਹਿਲਾ ਪਹਿਲਾ। ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ। ਭਾਉ ਕਰਮ ਕਰ ਜਮਸੀ, ਸੇ ਘਰ ਭਾਗਠ ਦੇਖ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ। ਵਿਰਲਾ ਬੁਝੈ ਕੋਇ, ਰਹਾਉ ਹਾਣ ਹਟ ਕਰ ਆਰਜਾ। ਸਚ ਨਾਮ ਕਰ ਵਥ, ਸੁਰਤ ਸੋਚ ਕਰ ਭਾਂਡ ਸਾਲ। ਤਿਸ ਵਿੱਚ ਤਿਸ ਨੂੰ ਰਖ, ਵਣਜਾਰਿਆ ਸਿਉ ਵਣਜ ਕਰ। ਲੈ ਲਾਹਾ ਮਨ ਹਸ, ਸੁਣ ਸ਼ਾਸਤ ਸੌਦਾਗਰੀ। ਸੱਤ ਘੋੜੇ ਲੈ ਚੱਲ, ਖਰਚ ਬੰਨ ਚੰਗਿਆਈਆਂ। ਮਤ ਮਨ ਜਾਣਹਿ ਕੱਲ, ਨਿਰੰਕਾਰ ਕੈ ਦੇਸ਼ ਜਾਹਿ। ਤਾਂ ਸੁਖ ਲਹੈ ਮਹਲ, ਲਾਏ ਚਿਤ ਕਰ ਚਾਕਰੀ। ਮਨ ਨਾਮ ਕਰ ਕੰਮ, ਬੰਨ ਬਦੀਆਂ ਕਰ ਧਾਵਣੀ। ਤਾਂ ਕੋ ਆਖੈ ਧਨ, ਨਾਨਕ ਵੇਖੈ ਨਦਰ ਕਰ। ਚੜ੍ਹੈ ਚਵਗਣ ਵਨ, ਲਾਏ ਚਿਤ ਕਰ ਚਾਕਰੀ। ਮਨ ਨਾਮ ਕਰ ਕੰਮ, ਬੰਨ ਬਦੀਆਂ ਕਰ ਧਾਵਣੀ। ਤਾਂ ਕੋ ਆਖੈ ਧਨ, ਨਾਨਕ ਵੇਖੈ ਨਦਰ ਕਰ। ਚੜ੍ਹੈ ਚਵਗਣ ਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਏ ਹੋ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ
ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਕੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਰਹਿਮਤ ਬਖਸ਼ਿਸ਼ ਦੇ ਰੂਪ ਵਿੱਚ ਸਾਡੇ 'ਤੇ ਵਰਤੀ ਹੈ। ਸ਼੍ਰੀ ਮੁਖਵਾਕ ਦੇ ਰਾਹੀਂ ਸਾਡੀ ਅਗਵਾਨੀ ਹੋਈ ਤੇ ਅੱਜ ਮਹਾਰਾਜ ਦਾ ਪਿਆਰਾ ਬਚਨ ਨਾ ਹਰ ਜੀਉ ਕਿਰਪਾ ਕਰੇ ਤਾਂ ਨਾਮ ਤੇ ਆਈਏ ਜੀਓ। ਨਾਮ ਤੇ ਆਉਣਾ ਸਰਵੋਤਮ ਕਰਮ ਮੰਨਿਆ ਗਿਆ ਹੈ, ਪਰ ਪਤਾ ਹੈ ਚੰਗੇ ਕਰਮ ਵੀ ਕਿਰਪਾ ਕਰਕੇ ਹੁੰਦੇ ਨੇ। ਅੱਜ ਉਹ ਸੰਗਤ ਵਿੱਚ ਪਰਿਵਾਰ ਵਿੱਚ ਸਮਾਜ ਵਿੱਚ ਵਿਚਰਦਿਆਂ ਸਾਨੂੰ ਸ਼ੁਭ ਕਰਮ ਕਰਨ ਦਾ ਸਮਾਂ ਮਿਲਦਾ ਹੈ ਨਾ, ਇਹ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕੇ ਮਿਲਦਾ ਹੈ। ਮਹਾਰਾਜ ਖੁਸ਼ ਹੁੰਦੇ ਨੇ, ਕਿਰਪਾ ਕਰਦੇ ਨੇ, ਤਦ ਜਾ ਕੇ ਕਿਤੇ ਕਿਸੇ ਜੀ ਨੂੰ ਕੁਝ ਚੰਗਾ ਕੰਮ ਕਰਨ ਦਾ ਸਮਾਂ ਦਿੱਤਾ ਜਾਂਦਾ। ਲੈ ਭਾਈ ਕੋਈ ਤੇਰੇ ਵਾਸਤੇ ਖੁਸ਼ੀ ਹੈ, ਤੂੰ ਆ ਚੰਗਾ ਕੰਮ ਕਰ ਲੈ। ਤੇ ਸਮਝ ਲੈਣਾ ਜਦੋਂ ਵਿਅਕਤੀ ਮਾੜੇ ਕੰਮ ਕਰ ਰਿਹਾ ਨਾ, ਉਦੋਂ ਮਹਾਰਾਜ ਨੇ ਆਪਣੀ ਨਿਗਾਹ ਹਟਾ ਲਈ ਉਹਦੇ ਤੋਂ, ਤੇ ਮਹਾਰਾਜ ਦੀ ਨਿਗਾਹ ਹਟਣ ਦੇ ਨਾਲ ਹੀ ਫਿਰ ਉਹਦੇ ਮਨ ਵਿਚਾਰ 'ਚ ਮਾੜੇ ਸੰਕਲਪ ਮਾੜੇ ਫੁਰਨੇ ਸਭ ਕੁਝ ਉੱਠਣ ਲੱਗ ਪੈਂਦਾ ਹੈ। ਤੇ ਜਦੋਂ ਮਾੜੇ ਸੰਕਲਪ ਮਾੜੇ ਫੁਰਨੇ ਉੱਠਦੇ ਨੇ ਤੇ ਸੁੱਤੇ ਸਿੱਧੀ ਕਰਮ ਵੀ ਮਾੜੇ ਹੋਣ ਲੱਗ ਪੈਂਦੇ ਨੇ। ਕਰਮ ਮਾੜੇ ਹੁੰਦੇ ਨੇ ਤੇ ਨਤੀਜੇ ਮਾੜੇ ਨਿਕਲਣ ਲੱਗ ਪੈਂਦੇ ਨੇ। ਇੰਜ ਚੰਗੇ ਕਰਮ ਹੋਣਾ ਗੁਰ ਕਰਤੇ ਦੀ ਕਿਰਪਾ ਹੈ। ਇੱਕ ਬੜਾ ਪਿਆਰਾ ਬਚਨ ਹੈ, ਕੋਈ ਸੇਵਾ ਕਰਦਾ ਹੈ ਤੇ ਸੇਵਾ ਕਰਨ ਦੇ ਬਦਲੇ 'ਚ ਉਹਨੂੰ ਕੀ ਮਿਲਦਾ ਹੈ। ਅਸੀਂ ਕਹਿੰਦੇ ਸੁੱਖ ਮਿਲਦਾ ਹੈ, ਫਲ ਮਿਲਦਾ ਹੈ। ਅਸੀਂ ਤੁਸੀਂ ਇੱਦਾਂ ਦੀ ਗੱਲਾਂ ਦੱਸਦੇ ਇੱਕ ਦੂਜੇ ਨੂੰ, ਭਾਈ ਸੇਵਾ ਕਰਿਆ ਕਰੋ, ਸੇਵਾ ਦੇ ਬਦਲੇ 'ਚ ਸੁੱਖ ਮਿਲਦਾ ਹੈ, ਸੁੱਖ ਮਿਲਦਾ ਹੈ। ਸੁੱਖ ਦਾ ਸਰੂਪ ਕੀ ਲਿਖਦੇ ਅਸੀਂ ਕਿ ਉਹਨੂੰ ਕੰਮ ਕਰਨ ਨੂੰ ਛੁਡਾ ਦਿੱਤਾ ਜਾਂਦਾ ਹੈ? ਨਹੀਂ, ਮਹਾਰਾਜ ਕਹਿੰਦੇ ਸੇਵਕ ਕਉ ਸੇਵਾ ਬਣਾਈ। ਉਸ ਨੇ ਇੱਕ ਕਰਮ ਸੇਵਾ ਦਾ ਕੀਤਾ, ਮਹਾਰਾਜ ਦੀ ਖੁਸ਼ੀ ਹੋਈ, ਉਹਨੂੰ ਹੋਰ ਸੇਵਾ ਮਿਲ ਜਾਂਦੀ। ਲੈ ਭਾਈ ਹੋਰ ਕਰ, ਹੋਰ ਕਰ, ਹੋਰ ਕਰ। ਜਿਵੇਂ ਵਪਾਰ ਵਿੱਚ ਬਿਜ਼ਨਸ ਵਿੱਚ ਦੇਖਦੇ ਆ, ਕੋਈ ਕਿਸੇ ਦੇ ਨਾਲ ਇੱਕ ਵਿਵਹਾਰ ਡੀਲ ਚੰਗੀ ਕਰ ਲੈਂਦਾ, ਉਹਨੂੰ ਅਗਲਾ ਖੁਸ਼ ਹੁੰਦਾ, ਕਹਿੰਦਾ ਹੋਰ ਬਿਜ਼ਨਸ ਲੈ ਲਾ ਭਾਈ, ਹੋਰ ਡੀਲ, ਹੋਰ ਬਿਜ਼ਨਸ, ਹੋਰ ਬਿਜ਼ਨਸ। ਉਹਨੂੰ ਕੰਮ ਮਿਲਦਾ ਜਾਂਦਾ, ਬੜੀ ਖੁਸ਼ੀ ਨਾਲ ਕੰਮ ਕਰਦਾ ਜਾਂਦਾ ਹੈ। ਅਤੇ ਜਿਤਨਾ ਚੰਗਾ ਕੰਮ ਕਰਦਾ ਉਹਨਾਂ ਕੰਮ ਵੱਧ ਮਿਲਦਾ, ਉਨੀ ਆਮਦਨ ਵੱਧ ਮਿਲਦੀ, ਸੁੱਖ ਤੇ ਸਿੱਧੀ ਘਰ ਪਰਿਵਾਰ 'ਚ ਸੁੱਖ ਵਰਤਣ ਲੱਗ ਪੈਂਦਾ। ਅਤੇ ਜੇ ਕਿਸੇ ਵਿਅਕਤੀ ਦੇ ਨਾਲ ਅਸੀਂ ਵਿਵਹਾਰ ਚੰਗਾ ਨਹੀਂ ਕਰਾਂਗੇ, ਡੀਲਿੰਗ ਚੰਗੀ ਨਹੀਂ ਕਰਾਂਗੇ, ਸੁਭਾਵਕ ਹੀ ਅਗਲੀ ਵਾਰੀ ਸਾਨੂੰ ਕੰਮ ਨਹੀਂ ਦੇਵੇਗਾ। ਅਤੇ ਜੇ ਕੰਮ ਨਹੀਂ ਦੇਵੇਗਾ ਤਾਂ ਫਿਰ ਸੁਭਾਵਕ ਹੀ ਸਾਰੇ ਸੰਸਾਰ ਦੇ ਕਾਰ ਵਿਹਾਰ ਕੰਮ ਅਟਕ ਜਾਣਗੇ ਅਤੇ ਅਸੀਂ ਦੁਖੀ ਹੋ ਜਾਵਾਂਗੇ। ਇਸ ਤਰ੍ਹਾਂ ਸੇਵਾ ਦੇ ਬਦਲੇ 'ਚ ਸੇਵਾ ਮਿਲਦੀ ਹੈ ਅਤੇ ਸੇਵਾ ਦੇ ਨਾਲ ਫਿਰ ਨਤੀਜੇ ਚੰਗੇ ਬਣਨ ਲੱਗ ਪੈਂਦੇ ਨੇ। ਇਹ ਕਿਰਪਾ ਹੈ। ਹਰ ਜਿਉ ਕਿਰਪਾ ਕਰੇ ਤਾਂ ਨਾਮ ਤੇ ਆਈਏ ਜੀਉ। ਸਭ ਤੋਂ ਉੱਤਮ ਕਰਮ ਸਾਨੂੰ ਦੱਸਿਆ ਗਿਆ ਨਾਮ ਜਪਣਾ, ਅਤੇ ਨਾਮ ਜਪ ਜਿਹੜਾ ਹੈ ਉਹ ਸਤਿਗੁਰੂ ਦੀ ਬਖਸ਼ਿਸ਼ ਹੈ। ਕਰਤੇ ਦੀ ਕਿਰਪਾ ਤੋਂ ਬਿਨਾਂ ਇਹਦਾ ਨਹੀਂ ਹੁੰਦਾ। ਇੱਥੇ ਬੈਠ ਕੇ ਅਸੀਂ ਇਹ ਕਿਰਪਾ ਹੀ ਤੇ ਤਲਾਸ਼ਦੇ, ਮਹਾਰਾਜ ਮੇਰੇ 'ਤੇ ਕਿਰਪਾ ਕਰੋ। ਅਸੀਂ ਸਾਰੇ ਕਿਰਪਾ ਹੀ ਤੇ ਮੰਗਦੇ, ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੈਂ ਨਾਮ ਜਪ ਕਰ ਸਕਾਂ, ਮੇਰੇ 'ਤੇ ਕਿਰਪਾ ਕਰੋ। ਉਹ ਕਿਰਪਾ ਪ੍ਰਾਪਤ ਕਰਦਿਆਂ ਨਾਮ ਜਪਣ ਦਾ ਯਤਨ ਕਰਦੇ ਆ, ਪਰ ਉਹਦੇ ਵਿੱਚ ਜੋ ਅਸੀਂ ਤਲਾਸ਼ ਕਰ ਰਹੇ ਹਾਂ ਉਹ ਹੈ ਸੰਸਾਰ ਦੇ ਪਦਾਰਥ। ਆਪਣੇ ਆਪਣੇ ਕਾਰ ਵਿਹਾਰ ਕਰਨ ਵਾਸਤੇ ਅਸੀਂ ਬਲ ਲੱਭਦੇ ਹਾਂ, ਕਿਰਪਾ ਲੱਭਦੇ ਹਾਂ। ਅੱਜ ਦਾ ਜੋ ਪਾਵਨ ਸ਼ਬਦ ਸਾਨੂੰ ਪ੍ਰਾਪਤ ਹੋਇਆ ਹੈ,
ਉਹ ਕਿਰਤੀਆਂ ਲਈ ਕਿਰਤ ਦੀ ਜੁਗਤ ਹੈ। ਜਿਵੇਂ ਅਸੀਂ ਕਦੇ ਕਦੇ ਪੁੱਛਦੇ ਨੇ ਭਾਈ ਨਾਮ ਕਿਵੇਂ ਜਪੀਏ, ਪਾਠ ਕਿਵੇਂ ਕਰੀਏ, ਕਿਹੜੀ ਜੁਗਤ ਅਪਣਾਉਂਦੇ ਹੋ ਭਾਈ ਤੁਸੀਂ, ਕਿੱਦਾਂ ਨਾਮ ਜਪਦੇ ਹੋ, ਆਪਾਂ ਇੱਕ ਦੂਜੇ ਨੂੰ ਪੁੱਛਦੇ ਹਾਂ। ਹਾਲਾਂਕਿ ਇਹ ਸ਼ਬਦ ਬਹੁਤ ਸਾਹਿਤਕ ਤੌਰ 'ਤੇ ਚੰਗਾ ਨਹੀਂ ਹੈ, ਸੈਂਟੈਂਸ ਪੂਰਾ ਵਧੀਆ ਨਹੀਂ, ਕਿਉਂਕਿ ਨਾਮ ਨਹੀਂ ਜਪਿਆ ਜਾਂਦਾ। ਨਾਮ ਤਾਂ ਇੱਕ ਕਲਾ ਹੈ। ਤੁਸੀਂ ਇਹ ਪੁੱਛ ਸਕਦੇ ਹੋ ਭਾਈ ਤੁਸੀਂ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਿੱਦਾਂ ਕਰਦੇ ਹੋ, ਮੂਲ ਮੰਤਰ ਕਾ ਜਾਪ ਕਿੱਦਾਂ ਕਰਦੇ ਹੋ, ਤੇ ਇਹਦੀ ਕੋਈ ਵਿਧੀ ਵੱਖਰੀ ਨਹੀਂ ਪਈ ਜਾ, ਉਚਾਰਨ ਹੀ ਕਰਨਾ, ਇੱਕ ਓੰਕਾਰ ਸਤਨਾਮ ਜਪਣਾ। ਕੋਈ ਤੇਜ਼ੀ ਨਾਲ ਜਪ ਲਏਗਾ, ਕੋਈ ਹੌਲੀ ਹੌਲੀ ਜਪ ਲਏਗਾ, ਬਸ ਇੰਨਾ ਹੀ ਹੋ ਸਕਦਾ ਹੈ ਵੀ ਕੋਈ ਬਹੁਤ ਰਫਤਾਰ ਨਾਲ ਜਪਦਾ ਹੈ ਅਤੇ ਕੋਈ ਬਹੁਤ ਹੌਲੀ ਹੌਲੀ ਜਪਦਾ ਹੈ, ਕੋਈ ਮੱਧਿਅਮ ਜਪਦਾ ਹੈ। ਇਹ ਆਪੋ ਆਪਣੀ ਮਾਨਸਿਕ ਅਵਸਥਾ ਹੈ, ਟੇਸਟ ਹੈ। ਕਈ ਵਾਰ ਕੀਰਤਨ 'ਚ ਵੇਖਿਆ ਕਈ ਵੀਰ ਸਿਮਰਨ ਕਰਾ ਰਹੇ, ਜੋ ਆਪਾਂ ਕਹਿੰਦੇ ਜਾਪ ਕਰ, ਇੰਨੀ ਤੇਜ਼ੀ ਨਾਲ ਜਾਪ ਕਰ ਰਹੇ ਨੇ ਕਿ ਪਤਾ ਹੀ ਨਹੀਂ ਲੱਗ ਰਿਹਾ ਵੀ ਵਾਹਿਗੁਰੂ ਉਚਾਰਨ ਹੋ ਰਿਹਾ ਕਿ ਨਹੀਂ। ਹਾਲਾਂਕਿ ਉਹ ਕਰ ਰਹੇ ਨੇ ਆਪਣੇ ਵੱਲੋਂ, ਪਰ ਸਰੋਤਾ ਨੂੰ ਨਹੀਂ ਪਤਾ ਲੱਗਦਾ ਵੀ ਇਹ ਵਾਹਿਗੁਰੂ ਜਪ ਰਹੇ ਨੇ, ਕਿਉਂਕਿ ਸਿਰਫ ਆਵਾਜ਼ਾਂ, ਤਾਲ, ਤਬਲਾ ਇੰਨਾ ਕੀ ਸੁਣਾਈ ਦੇ ਰਿਹਾ। ਅਤੇ ਕੋਈ ਐਸੇ ਨੇ ਜੋ ਬਹੁਤ ਆਰਾਮ ਦੇ ਨਾਲ ਲੰਮੀ ਹੇਕ ਲਾ ਕੇ ਜਪ ਰਹੇ ਨੇ। ਇਹ ਆਪਣੇ ਆਪਣੇ ਤਰੀਕੇ ਹੋ ਸਕਦੇ ਨੇ, ਹੌਲੀ ਹੌਲੀ ਉੱਚੀ ਉੱਚੀ ਜਪਣ ਦੇ। ਸੀ ਉੱਤੇ ਕੋਈ ਵਿਧੀ ਵਿਧਾਨ ਦਾ ਟੀਕਾ ਟਿੱਪਣੀ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਗਾ। ਕਿਸੇ ਨੂੰ ਕਿਵੇਂ ਰਸ ਆਉਂਦਾ ਹੈ, ਕਿਸੇ ਨੂੰ ਕਿਵੇਂ ਰਸ ਆਉਂਦਾ ਹੈ। ਮਹਾਰਾਜ ਅੱਜ ਸਾਨੂੰ ਕਹਿੰਦੇ ਨੇ ਕਿਰਤ ਕਿਵੇਂ ਕਰਨੀ ਆ। ਅਸੀਂ ਪੁੱਛਾਂਗੇ ਕਿਰਤ ਕਰਨ ਦੇ ਕਿਹੜੇ ਤਰੀਕੇ ਨੇ ਭਾਈ, ਪਤਾ ਹੀ ਹੈ ਨਾ, ਨੌਕਰੀ ਕਰਨੀ ਤੇ ਕਰਨੀ, ਵਪਾਰ ਕਰਨਾ ਤੇ ਕਰਨਾ ਹੀ ਕਰਨਾ। ਮਹਾਰਾਜ ਉਹਦੇ ਵਿੱਚ ਜੋ ਆਪਣੀ ਇਨਪੁਟ ਪਾ ਕੇ ਦੇ ਰਹੇ ਨੇ, ਅਸੀਂ ਨੌਕਰੀ ਵੀ ਕਰਨੀ ਹੈ, ਵਪਾਰ ਵੀ ਕਰਨਾ ਹੈ। ਅਸੀਂ ਜਿਤਨੇ ਸੰਗਤ ਵਿੱਚ ਜੀਏ ਉਹਨੇ ਕੋਈ ਨੌਕਰੀ ਪੇਸ਼ਾ ਹੈ, ਕੋਈ ਵਪਾਰਕ ਪੇਸ਼ਾ ਹੈ, ਕੋਈ ਖੇਤੀ ਕਰਦਾ ਹੈ, ਕੋਈ ਕੀ ਕਰਦਾ ਹੈ। ਹੁਣ ਇਹ ਕਾਰ ਵਿਹਾਰ ਤੇ ਸੰਸਾਰ ਤੋਂ ਲਏ ਨੇ, ਸੰਸਾਰ 'ਚ ਕਰਨੇ ਨੇ। ਪਰ ਗੁਰੂ ਨਾਨਕ ਦੀ ਇਨਪੁਟ ਇਹਦੇ ਵਿੱਚ ਕੀ ਹੈ, ਗੁਰੂ ਨਾਨਕ ਵਿੱਚ ਕੀ ਪਾਉਂਦੇ ਨੇ, ਅੱਜ ਆਪਾਂ ਨੂੰ ਸਮਝਣ ਦੀ ਕੋਸ਼ਿਸ਼ ਹੈ। ਸੁਭਾਗ ਹੈ ਸਾਡੇ ਕਿ ਇਹ ਸ਼ਬਦ ਸਾਨੂੰ ਲਗਾਤਾਰ ਵਾਚਨ ਵਿਚਾਰਨ ਮਿਲੇ ਹੈ। ਕੱਲ੍ਹ ਸ਼ਾਮ ਨੂੰ ਵੀ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੀ ਲੜੀਵਾਰ ਸਾਖੀ ਵਿਚਾਰਦੇ ਹਾਂ, ਉਹਦੇ ਵਿੱਚ ਅਸੀਂ ਇੱਥੇ ਹੀ ਠਹਿਰੇ ਹਾਂ, ਹੁਣ ਵੀ ਇੱਥੇ ਹੀ ਠਹਿਰੇ ਹਾਂ। ਅਤੇ ਅੱਜ ਸ਼ਾਮ ਨੂੰ ਵੀ ਅਸੀਂ ਜਦੋਂ ਵਿਚਾਰ ਕਰਨੀ, ਫਿਰ ਇਸੇ ਦੀ ਹੀ ਸਾਖੀ ਨੂੰ ਅਸੀਂ ਵਿਸਤਾਰ ਦੇ ਨਾਲ ਹੋਰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਇਸ ਵਕਤ ਇਹਦਾ ਦਾਰਸ਼ਨਿਕ ਪੱਖ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮਹਾਰਾਜ ਸਾਨੂੰ ਸੰਸਾਰੀ ਕਿਰਤ ਕਰਨ ਦਾ ਜੋ ਦਾਰਸ਼ਨਿਕ ਪੱਖ ਹੈ, ਜੇ ਗੁਰੂ ਨਾਨਕ ਦੀ ਇਨਪੁਟ ਕੀ ਹੋਵੇਗੀ, ਅਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ। ਮਹਾਰਾਜ ਪਹਿਲਾਂ ਕਹਿੰਦੇ ਨੇ ਭਾਈ ਚੇਤਾ ਰੱਖਣਾ, ਮਾਇਆ ਦਾ ਸਾਥ ਕਦੇ ਵੀ ਪਰਪੱਕ ਅਤੇ ਪੱਕਾ ਨਹੀਂ ਜੇ ਹੁੰਦਾ। ਇਹ ਗੱਲ ਅਸੀਂ ਪੱਲੇ ਬੰਨ੍ਹ ਲਈਏ, ਕਿਉਂਕਿ ਅਸੀਂ ਅਧਿਆਤਮਕ ਮੰਡਲ ਵਿੱਚ ਬੈਠੇ ਹਾਂ। ਅਸੀਂ ਇੱਥੇ ਪਰਿਵਾਰਕ ਅਤੇ ਵਪਾਰਕ ਅਤੇ ਸਮਾਜਿਕ ਨਹੀਂ, ਇੱਥੇ ਅਸੀਂ ਅਧਿਆਤਮਕ ਹਾਂ। ਆਪਾਂ ਧਾਰਮਿਕ ਕਹਿ ਦੇਨੇ ਹੁੰਦੇ ਹਾਂ ਵੀ ਅਸੀਂ ਧਾਰਮਿਕ ਸਥਾਨ 'ਤੇ ਹਾਂ, ਅਧਿਆਤਮਕ ਧਾਰਮਿਕ ਮੰਡਲ ਦੀਆਂ ਗੱਲਾਂ ਕਰਦੇ ਹਾਂ। ਇੱਥੇ ਅਸੀਂ ਅਧਿਆਤਮ ਦੀ ਗੱਲ ਕਰਦੇ ਹਾਂ। ਅਤੇ ਅਧਿਆਤਮ ਦੇ ਵਿੱਚ ਇੱਕ ਚੇਤਾ ਰੱਖਣਾ, ਮਾਇਆ ਕੋਈ ਮਾਇਨੇ ਨਹੀਂ ਰੱਖਦੀ। ਸੰਸਾਰ ਦੇ ਵਿੱਚ ਮਾਇਆ ਮਾਇਨੇ ਰੱਖਦੀ ਹੈ, ਇਹ ਗੱਲ ਸਾਨੂੰ ਸਮਝ ਆ ਜਾਏ। ਜਦੋਂ ਅਸੀਂ ਇੱਥੋਂ ਉੱਠ ਕੇ ਕਿਸੇ ਦੁਕਾਨ 'ਤੇ ਜਾਣਾ, ਭਾਈ ਸਾਨੂੰ ਕੁਝ ਸਾਮਾਨ ਦੇ ਦੇ, ਅਤੇ ਉਹਨੇ ਕਹਿਣਾ ਪੈਸੇ ਦੇ, ਉੱਥੇ ਧਨ ਹੀ ਚੱਲਦਾ ਜੇ। ਪਰ ਜਦੋਂ ਅਸੀਂ ਬੈਠਣਾ ਵਾਹਿਗੁਰੂ ਜਾਪ ਕਰਨ ਲਈ, ਉਦੋਂ ਧਨ ਦੀ ਕੋਈ ਕੀਮਤ ਨਹੀਂ ਹੈ। ਇਹਨਾਂ ਦੋਨਾਂ ਪਦਾਰਥ, ਦੋਨਾਂ ਪੱਖਾਂ ਨੂੰ ਸਾਨੂੰ ਸਮਝਣਾ ਬੜਾ ਜ਼ਰੂਰੀ ਹੈ। ਜੋ ਮਹਾਰਾਜ ਦਾ ਬਚਨ, ਬਾਬਾ ਮਾਇਆ ਸਾਥ ਨਾ ਹੋਏ, ਉਹ ਮਾਇਆ ਕਿਸ ਅਵਸਥਾ 'ਤੇ ਸਾਥ ਨਹੀਂ ਦਿੰਦੀ। ਜਦੋਂ ਅਸੀਂ ਸੂਖਸ਼ਮ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਰੂਹਾਨੀ ਗੱਲ ਕਰਦੇ ਹਾਂ, ਜਦੋਂ ਅਸੀਂ ਆਤਮਾ ਦੀ ਗੱਲ ਕਰਦੇ ਹਾਂ, ਮਨ ਦੀ ਗੱਲ ਕਰਦੇ ਹਾਂ, ਉੱਥੇ ਮਾਇਆ ਦੇ ਸਾਥ ਦਾ ਕੋਈ ਮਾਇਨੇ ਨਹੀਂ ਗਾ। ਉਦੋਂ ਮਾਇਆ ਦਾ ਕੋਈ ਸਾਥ ਨਹੀਂ ਹੁੰਦਾ। ਪਰ ਜਦੋਂ ਅਸੀਂ ਸੰਸਾਰ ਦੀ ਗੱਲ ਕਰਾਂਗੇ, ਪਦਾਰਥ ਦੀ ਗੱਲ ਕਰਾਂਗੇ, ਅਸੀਂ ਘਰ ਪਰਿਵਾਰ ਦੀਆਂ ਜ਼ਰੂਰਤਾਂ ਦੀ ਗੱਲ ਕਰਾਂਗੇ, ਅਤੇ ਭਾਈ ਉਦੋਂ ਮਾਇਆ ਹੀ ਕੰਮ ਕਰਦੀ। ਤੁਸੀਂ ਕਹੋ ਜੀ ਮੈਂ ਤਾਂ ਬੜਾ ਪਾਠ ਕਰਦਾ, ਮੈਨੂੰ 4 ਸੇਰ ਅਨਾਜ ਦੇ ਦਿਓ, ਅਗਲਾ ਕਹੇਗਾ ਨਾ ਭਾਈ ਇੱਕ ਦਿਨ ਤੇ ਮੰਗਵਾ ਮਿਲ ਜਾਏਗਾ, ਦੁਬਾਰਾ ਨਹੀਂ ਮਿਲੇਗਾ। ਕਿਉਂਕਿ ਉੱਥੇ ਸੰਸਾਰ ਦੇ ਬਾਜ਼ਾਰ ਵਿੱਚ ਕੇਵਲ ਅਤੇ ਕੇਵਲ ਮਾਇਆ ਚੱਲਦੀ ਹੈ, ਰੁਪਇਆ ਚੱਲਦਾ ਹੈ। ਉਹਨੂੰ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਧਨ ਕਿਹਾ ਨਾ, ਬਸ ਫਰਕ ਇਹ ਕਿ ਕੱਚਾ ਧਨ ਹੈ। ਕੱਚੇ ਧਨ ਦਾ ਮਤਲਬ ਹੈ ਇੱਕ ਵਾਰ ਚੱਲਦਾ, ਬਸ ਇੱਕ ਵਾਰ। 1 ਰੁਪਇਆ ਇੱਕ ਵਾਰ ਹੀ ਚੱਲਦਾ ਨਾ, ਐਸਾ ਥੋੜ੍ਹਾ ਕਿ 1 ਰੁਪਇਆ ਅਸੀਂ 3 ਵਾਰ ਚਲਾ ਲਾਂਗੇ, 10 ਵਾਰ ਚਲਾ ਲਾਂਗੇ, ਨਹੀਂ। ਕੱਚਾ ਜੋ ਹੋਇਆ ਇੱਕ ਵਾਰ ਹੀ ਬਸ,
ਪਰ ਵਾਹਿਗੁਰੂ ਨਾਮ ਦਾ ਧਨ ਇਹ ਕੱਚਾ ਨਹੀਂ, ਇਹ ਸੱਚਾ ਧਨ ਹੈ। ਇਹ ਸਦੀ ਵਾਰ ਚੱਲੇਗਾ, 100 ਵਾਰ ਚੱਲੇਗਾ, ਸਦੀਵ ਕਾਲ ਲਈ ਚੱਲੇਗਾ। ਅਸੀਂ ਮੰਨ ਲਓ ਇੱਕ ਵਾਰ ਵਾਹਿਗੁਰੂ ਕਹਿ ਲਿਆ ਹੈ, ਇਹ ਸਦਾ ਵਾਸਤੇ ਹੈ। ਅਸੀਂ 1 ਰੁਪਇਆ ਕਮਾਇਆ, ਉਹ ਇੱਕ ਵਾਰੀ ਵਾਸਤੇ ਹੈ। 1 ਰੁਪਏ ਤੋਂ 1 ਕੱਪ ਚਾਹ ਮਿਲ ਜਾਏਗਾ, ਬਸ ਬਹੁਤ ਹੈ ਭਾਈ, ਦੁਬਾਰਾ ਨਹੀਂ। ਪਰ ਵਾਹਿਗੁਰੂ ਕਹਿ ਦਿੱਤਾ ਹੈ ਅਤੇ ਵਾਹਿਗੁਰੂ ਦਾ ਰਸ, ਵਾਹਿਗੁਰੂ ਦਾ ਆਨੰਦ, ਜੋ ਵਾਹਿਗੁਰੂ ਦੇ ਸਦਕੇ ਇੱਕ ਵਾਰ ਕਹਿੰਦੇ ਨਾਮ ਕੀਮਤ ਮਿਲੇਗੀ, ਸਦਾ ਵਾਸਤੇ ਹੋਏਗੀ। ਇਸ ਕਰਕੇ ਇਹਨੂੰ ਧਨਾਸਿਰਾ ਕੱਚਾ ਧਨ ਅਤੇ ਸੱਚਾ ਧਨ ਕਹਿ ਕੇ ਇਹਦੀਆਂ ਵਿਆਖਿਆਵਾਂ ਕੀਤੀਆਂ ਗਈਆਂ ਨੇ ਵੀ ਕੱਚੇ ਧਨ ਦਾ ਮਤਲਬ ਹੈ ਸਿਰਫ ਇੱਕ ਵਾਰ। ਜਿਵੇਂ ਕੱਚਾ ਭਾਂਡਾ ਇੱਕ ਵਾਰ ਵਰਤੀਦਾ ਹੈ, ਕੱਚੀ ਚੀਜ਼ ਇੱਕ ਵਾਰ ਵਰਤੀ ਦੀ ਹੈ, ਇੱਕ ਵਾਰ। ਸੰਸਾਰ ਵਿੱਚ ਕੱਚਾ ਧਨ ਚੱਲਦਾ ਇੱਕ ਵਾਰ, ਅਧਿਆਤਮ ਵਿੱਚ ਸੱਚਾ ਧਨ ਚੱਲਦਾ 100 ਵਾਰ। ਪਰ ਚੇਤਾ ਰੱਖਣਾ, ਜਿਸ ਦੀ ਗੱਲ ਆਪਾਂ ਕਰਦੇ ਹਾਂ, ਗੁਰੂ ਦੇ ਨਾਲ ਜੁੜਨ ਵਾਸਤੇ ਮਾਇਆ ਦਾ ਸਾਥ ਨਹੀਂ ਹੈ। ਬਾਬਾ ਮਾਇਆ ਸਾਥ ਨਾ ਹੋਏ। ਮਹਾਰਾਜ ਕਹਿੰਦੇ ਭਾਈ ਪਿਆਰਿਓ, ਇਹ ਗੱਲ ਚੇਤਾ ਰੱਖਣਾ, ਜਦੋਂ ਅਧਿਆਤਮ ਦੀ ਗੱਲ ਕਰੋਗੇ ਉਦੋਂ ਮਾਇਆ ਦਾ ਕੋਈ ਮਤਲਬ ਨਹੀਂਗਾ। ਉਦੋਂ ਸਮਝ ਆਏਗੀ ਇਨ ਮਾਇਆ ਜਗ ਮੋਹਿਆ। ਭਾਈ ਇਸ ਮਾਇਆ ਨੇ ਜਗਤ ਨੂੰ ਮੋਹਿਤ ਕੀਤਾ ਹੋਇਆ। ਜਗਤ ਮਾਇਆ ਦੇ ਆਸਰੇ ਚੱਲਦਾ ਹੈ। ਸੰਸਾਰ ਦਾ ਸਾਰਾ ਕਾਰ ਵਿਹਾਰ ਮਾਇਆ ਦੇ ਆਸਰੇ ਚੱਲਦਾ ਹੈ। ਪਰਿਵਾਰ ਦਾ ਸਾਰਾ ਗੁਜ਼ਰਾਨ ਮਾਇਆ ਦੇ ਆਸਰੇ ਚੱਲਦਾ ਹੈ। ਪਰ ਬਿਰਲਾ ਬੂਝੇ ਕੋਏ, ਇਸ ਭੇਤ ਨੂੰ ਕੋਈ ਬਿਰਲਾ ਸਮਝਦਾ ਹੈ ਕਿ ਇਹਦਾ ਗੁਜ਼ਰਾਨ ਕੇਵਲ ਪਰਿਵਾਰਕ ਹੈ। ਇਹ ਗੱਲ ਅਸੀਂ ਪਾਤਸ਼ਾਹ 6ਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਜੀਵਨ ਸਾਖੀਆਂ 'ਚੋਂ ਸੁਣੀ ਪੜ੍ਹੀ ਹੈ ਨਾ। ਜਦੋਂ ਕਿਸੇ ਸਾਧੂ ਨੇ ਪੁੱਛਿਆ ਸੀ, ਬਾਬਾ ਤੁਸੀਂ ਤੇ ਗੁਰੂ ਹੋ, ਅਤੇ ਗੁਰੂ ਹੋ ਕੇ ਇੰਨਾ ਧਨ, ਇੰਨੀ ਅਮੀਰੀ ਕਿਉਂ ਹੈ? ਅਸੀਂ ਵੇਖਿਆ ਨਹੀਂ ਤੇ ਦੁਨੀਆ ਦੇ ਗੁਰੂ ਬਸ ਪਾਟੇ ਝੱਗੇ ਪਾਏ ਕਿਤੇ ਆਸ਼ਰਮ 'ਚ ਕਿਸੇ ਟਿਕਾਣੇ ਬੈਠੇ ਨੇ। ਪਰ ਸਾਡੇ ਗੁਰੂ ਸ਼ਾਹੀ ਲਿਬਾਸ ਰੱਖਦੇ ਨੇ। ਸਾਡੇ ਗੁਰੂ ਦਾ ਘੋੜਾ ਹੀ 1.25 ਲੱਖ ਦਾ ਉਸ ਵਕਤ ਹੁੰਦਾ ਸੀ। ਸ਼ਾਹੀ ਚਾਂਦਨੀਆਂ ਚੰਦੋਏ ਲੱਗਦੇ ਨੇ। ਅਤੇ ਉਹ ਸਾਧੂ ਨੇ ਪੁੱਛ ਲਿਆ ਸੀ, ਬਾਬਾ ਤੁਸੀਂ ਤੇ ਗੁਰੂ ਹੋ, ਅਤੇ ਗੁਰੂ ਹੋ ਕੇ ਇੰਨੀ ਦੌਲਤ ਕਿਉਂ ਰੱਖੀ ਜੇ? ਤੁਹਾਡੇ ਖਜ਼ਾਨੇ 'ਚ ਲੱਖਾਂ ਰੁਪਏ ਜਮ੍ਹਾਂ ਰਹਿੰਦੇ ਨੇ, ਗੁਰੂ ਹੋ ਕੇ ਇੰਨੀ ਦੌਲਤ ਕਿਉਂ ਜੇ? ਅਤੇ ਮਹਾਰਾਜ ਨੇ ਕੋਈ ਜਵਾਬ ਦਿੱਤਾ ਸੀ, ਮਾਇਆ ਗੁਜ਼ਰਾਨ ਹੈ। ਇਹ ਸਾਡੇ ਸਾਰਿਆਂ ਲਈ ਇੱਕ ਸਮਾਨ, ਇੱਕੋ ਹੀ ਸ਼ਬਦ ਨਾਲ ਸਾਡੇ ਸਾਰਿਆਂ ਦਾ ਮਾਇਨਾ ਪੂਰਾ ਹੋ ਜਾਂਦਾ ਹੈ। ਭਾਈ ਮਾਇਆ ਗੁਜ਼ਰਾਨ ਹੈ। ਮੇਰੇ ਘਰ ਦਾ, ਤੁਹਾਡੇ ਘਰ ਦਾ ਗੁਜ਼ਾਰਾ ਜਿਹੜਾ ਹੈ ਨਾ, ਮਾਇਆ ਕਰਕੇ ਚੱਲਦਾ ਹੈ, ਧਨ ਕਰਕੇ ਚੱਲਦਾ ਹੈ। ਉਹ ਗੱਲ ਵੱਖਰੀ ਹੈ ਕਿ ਕਿਸੇ ਦਾ ਗੁਜ਼ਰਾਨ ਕਿੰਨੇ ਵਿੱਚ ਹੁੰਦਾ ਹੈ। ਕਿਸੇ ਦਾ 10 ਰੁਪਏ 'ਚ ਗੁਜ਼ਾਰਾ ਹੋ ਜਾਂਦਾ ਹੈ, ਕਿਸੇ ਦਾ 100 ਵਿੱਚ ਹੁੰਦਾ ਹੋਵੇਗਾ। ਭਾਈ ਇਹ ਜਿੰਨਾ ਪਰਿਵਾਰ ਵੱਡਾ, ਜਿੰਨੇ ਉਹਦੇ ਖਰਚੇ ਵੱਡੇ, ਜਿੰਨੇ ਢੰਗ ਦੇ ਨਾਲ ਉਹ ਆਪਣੇ ਪਰਿਵਾਰ ਦਾ ਵਿਸਤਾਰ ਕਰਦਾ ਹੈ, ਵੱਡੇ ਬੱਚਿਆਂ ਨੂੰ ਵੱਡੀਆਂ ਐਜੂਕੇਸ਼ਨਸ, ਵੱਡੇ ਖਰਚੇ ਦਿੰਦਾ, ਉਹਨੇ ਭਾਈ ਉਹਦਾ ਗੁਜ਼ਰਾਨ ਵੱਧ ਮਾਇਆ ਚਾਹੀਦੀ ਹੈ। ਜੇ ਕੋਈ ਬੰਦਾ ਆਪਣੇ ਬੱਚੇ ਨੂੰ ਪੜ੍ਹਾਉਂਦਾ ਲਿਖਾਉਂਦਾ ਨਹੀਂ ਹੈ ਅਤੇ ਭਾਈ ਉਹਦਾ ਗੁਜ਼ਰਾਨ ਹਲਕੇ ਕਪਤਾ ਢੰਗ ਨਾਲ ਹੋ ਜਾਏਗਾ। ਇਹ ਤਾਂ ਹਰ ਵਿਅਕਤੀ ਦਾ ਆਪੋ ਆਪਣਾ ਦਾਇਰਾ ਹੈ, ਆਪਣੇ ਆਪਣੇ ਪਰਿਵਾਰਕ ਮੰਡਲਾਂ ਦੀ ਪਕੜ ਹੈ। ਔਰ ਇਹ ਗੱਲ ਕੋਈ ਬਿਰਲਾ ਹੀ ਸਮਝਦਾ ਹੈ ਕਿ ਸੰਸਾਰ ਮਾਇਆ ਦਾ ਗੁਜ਼ਰਾਨ ਕਰਕੇ ਚੱਲਦਾ ਹੈ। ਪਰ ਅਧਿਆਤਮ ਜਿਹਨੂੰ ਆਪਾਂ ਧਾਰਮਿਕ ਮੰਡਲ ਕਹਿੰਦੇ ਹਾਂ, ਇੱਥੇ ਮਾਇਆ ਦਾ ਕੋਈ ਮਾਇਨੇ ਨਹੀਂ। ਹੁਣ ਇੱਥੇ ਬੈਸਿਆਂ ਕਹੀਏ ਕਿ ਭਾਈ ਅਸੀਂ ਕਥਾ ਸੁਣਨੀ ਹੈ ਜਾਂ ਕਥਾ ਕਰਨੀ ਹੈ ਅਤੇ ਸਾਡੇ ਕੋਲ ਪੈਸੇ ਬੜੇ ਨੇ, ਮੈਂ ਕਥਾ ਵਧੀਆ ਜਾਂ ਸੋਹਣੀ ਕਰਾਂ, ਨਹੀਂ ਭਾਈ, ਪੈਸਿਆਂ ਦੇ ਨਾਲ ਕਥਾ ਦੀ ਕੀਮਤ ਨਹੀਂ ਪੈਂਦੀ। ਇਹਦੇ ਵਾਸਤੇ ਪਰਿਵਾਰ ਦਾ ਆਟਾ ਦਾਲ ਚਾਵਲ ਤੇ ਆ ਜਾਏਗਾ, ਪਰ ਗੁਰੂ ਸ਼ਬਦ ਦੀ ਸਮਝ ਨਹੀਂ ਆਏਗੀ। ਇਸ ਗੱਲ ਨੂੰ ਅਸੀਂ ਸਮਝਣਾ ਹੈ। ਅਤੇ ਕਿਉਂਕਿ ਇੱਥੇ ਬੈਠ ਕੇ ਅਸੀਂ ਆਪਣੇ ਉਸ ਇਨਪੁਟ ਨੂੰ ਸਮਝਣਾ ਜਿਹੜਾ ਸੰਸਾਰ ਨਾਲ ਸੰਬੰਧਿਤ ਵੀ ਹੈ ਅਤੇ ਸਾਡੇ ਅੰਦਰੂਨੀ ਪੱਖ ਨਾਲ ਸੰਬੰਧਿਤ ਵੀ ਹੈ। ਇਹ ਗੁਰੂ ਨਾਨਕ ਨੇ ਜੋ ਬਾਹਰ ਦੀਆਂ ਕਿਰਿਆਵਾਂ ਨੂੰ ਸੰਸਾਰਕ ਵੀ ਰੱਖਦੇ ਨੇ ਅਤੇ ਉਹਨਾਂ ਦਾ ਮਤਲਬ ਅੰਦਰ ਵੀ ਪਾ ਦਿੰਦੇ ਨੇ। ਹੁਣ ਸਮਝਾਉਂਦੇ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਧਨ ਖੇਤ। ਕਿਉਂਕਿ ਸਾਡੇ ਬਹੁਤ ਸਾਰਾ ਵੱਡਾ ਤਬਕਾ ਜਿਹੜਾ ਹੈ ਖੇਤੀ ਕਰਦਾ ਹੈ। ਸਾਡੇ ਦੇਸ਼ ਨੂੰ ਖੇਤੀ ਪ੍ਰਧਾਨ ਦੇਸ਼ ਕਿਹਾ ਜਾਂਦਾ ਰਿਹਾ। ਗੁਰੂ ਨਾਨਕ ਸਾਹਿਬ ਜੀ ਜਦ ਬੈਠੇ ਨੇ ਅਤੇ ਉਦੋਂ ਖੇਤੀ ਦੀ ਬਹੁਤੀ ਗੱਲ ਸੰਸਾਰ ਵਿੱਚ ਚੱਲਦੀ ਹੈ। ਔਰ ਬੈਠੇ ਨੇ, ਅਸੀਂ ਸਾਖੀ ਦੇ ਜਿਹਨੂੰ ਥਾਨਕਾ ਕਹਿੰਦੇ ਹਾਂ, ਇਸ ਪਰਿਵਾਰ ਬੈਠਾ ਹੈ ਰਾਏ ਬੁਲਾਰ ਜੀ ਦੇ ਕੋਲ। ਸਾਰਾ ਪਰਿਵਾਰ, ਮਾਤਾ ਜੀ, ਪਿਤਾ ਜੀ, ਚਾਚਾ ਜੀ, ਗੁਰੂ ਨਾਨਕ ਪਾਤਸ਼ਾਹ, ਆਪੂ ਭਾਈ ਬਾਲਾ ਮਰਦਾਨਾ, ਹੋਰ ਨਗਰ ਦੇ ਪਿਆਰੇ ਸੰਗੀ ਸਾਥੀ ਬੈਠੇ ਨੇ। ਅਤੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੂੰ
ਪਰਿਵਾਰ ਦੇ ਜੀ ਪ੍ਰੇਰਣਾ ਕਰ ਰਹੇ ਕਿ ਤੁਸੀਂ ਬਾਹਰ ਦੇ ਆ ਜੋ ਸਾਧੂਪਣਾ ਬਣਾ ਲਿਆ ਨਾ, ਇਹ ਛੱਡ ਦਿਓ ਅਤੇ ਟਿਕ ਕੇ ਬਹਿ ਜਾਓ। ਪਰ ਗੁਰੂ ਨਾਨਕ ਜੀ ਕਹਿੰਦੇ ਅਸੀਂ ਤੇ ਭਾਈ ਸਿਮਰਨ ਭਜਨ ਵਾਲੇ ਰਸਤੇ 'ਤੇ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਖੇਤੀ ਦਾ ਪ੍ਰਬੰਧ ਕਰ ਦਿੰਦੇ ਹਾਂ, ਤੁਸੀਂ ਆਰਾਮ ਨਾਲ ਵਾਹੀ ਖੇਤੀ ਹੁੰਦੀ ਜਾਏਗੀ, ਆਮਦਨ ਤੁਹਾਨੂੰ ਆਈ ਜਾਏਗੀ, ਤੁਸੀਂ ਆਪਣਾ ਭਗਤੀ ਕਰੀ ਜਾਓ। ਅਤੇ ਗੁਰੂ ਨਾਨਕ ਕਹਿੰਦੇ ਨੇ ਭਾਈ ਅਸੀਂ ਅੰਦਰ ਖੇਤੀ ਬੀਜੀ ਹੈ, ਉਹ ਇੱਦਾਂ ਬੀਜੀ ਦੀ ਹੈ। ਅੰਦਰੂਨੀ ਖੇਤੀ ਦੀ ਗੱਲ ਇੱਥੇ ਆਪਾਂ ਸਮਝਦੇ, ਮਨ ਨੂੰ ਹਾਲੀ ਬਣਾ ਲਓ। ਜਿਵੇਂ ਖੇਤਾਂ ਦੇ ਵਿੱਚ ਇੱਕ ਹਾਲੀ ਹੁੰਦਾ ਹੈ, ਇੱਕ ਹਲ ਵਾਰਿਆ ਹੁੰਦਾ ਹੈ, ਹੋਰ ਮਿਹਨਤ ਮਸ਼ੱਕਤ, ਪਾਣੀ, ਬੀਜ, ਸੁਹਾਗਾ, ਇਹ ਸਾਰੇ ਖੇਤਾਂ ਦੇ ਸਾਧਨ ਨੇ। ਆਪਾਂ ਇੱਥੇ ਬੈਠੇ ਹੁਣ ਆਪਾਂ ਹਲ ਤੇ ਵਾਹੁੰਦੇ ਨਹੀਂ, ਪਰ ਨਹੀਂ ਭਾਈ ਇੱਥੇ ਵੀ ਹਲ ਵਗਦਾ ਜੇ ਸਾਡਾ ਮਨ ਹੀ ਹਾਲੀ ਹੁੰਦਾ। ਆਪਣੀ ਸ਼ਾਇਦ ਗਾਥਾ ਨਿੱਕੀ ਜੀ ਇਤਿਹਾਸ ਨਾਲ ਸੰਬੰਧਿਤ ਹੈ, ਗੁਰੂ ਇਤਿਹਾਸ ਨਾਲ ਨਹੀਂ ਗੀ, ਗੁਰਸਿੱਖਾਂ ਦੀ ਵਡੇਰੇ ਬਜ਼ੁਰਗਾਂ ਦੀਆਂ ਗਾਥਾਵਾਂ ਦੇ ਨਾਲ ਹੈ। ਚੰਡੀਗੜ੍ਹ ਵਿੱਚ ਇੱਕ ਡਾਕਟਰ ਸਾਹਿਬ ਹੁੰਦੇ ਸੀ PGI ਵਿੱਚ, ਜਸਵੰਤ ਸਿੰਘ ਜੀ ਨੇਕੀ, PGI ਦੇ ਡਾਇਰੈਕਟਰ ਵੀ ਰਹੇ ਨੇ, ਬਹੁਤ ਅੱਛੇ ਸਾਈਕੈਟ੍ਰਿਕ ਰਹੇ ਨੇ। ਉਹਨਾਂ ਨੇ ਆਪਣੇ ਜੀਵਨ ਦੀਆਂ ਕੁਝ ਗਾਥਾਵਾਂ ਦਾ ਦਰਸ਼ਨ ਕਰਾਇਆ। ਗੁਰਮਤ ਮਨੋਵਿਗਿਆਨ ਨਾਮਕ ਉਹਨਾਂ ਪੁਸਤਕਾਂ ਵੀ ਲਿਖੀਆਂ ਨੇ, ਕਿਉਂਕਿ ਸਾਈਕੋਲੋਜਿਸਟ ਮਨੋਵਿਗਿਆਨਕ ਸਨ। ਉਹਨਾਂ ਇੱਕ ਥਾਂ ਜ਼ਿਕਰ ਕੀਤਾ ਕਿ ਉਹਨਾਂ ਦੇ ਦਾਦਾ ਜੀ ਵਡੇਰੇ ਸਨ, ਗੁਰਮੁਖ ਸਨ, ਬੰਦਗੀ ਵਾਲੇ ਸਨ, ਕਾਰ ਵਿਹਾਰ ਵੀ ਬਹੁਤ ਵੱਡਾ ਸੀ ਅਤੇ ਬੰਦਗੀ ਵੀ ਕਰਦੇ ਸਨ। ਉਹਨਾਂ ਦੇ ਕੋਲ ਕੋਈ ਪੇਂਡੂ ਬੰਦਾ ਕਾਰ ਵਿਹਾਰਾਂ ਦੇ ਸਿਲਸਿਲੇ 'ਚ ਆਉਂਦਾ ਜਾਂਦਾ ਸੀ, ਸ਼ਾਹੂਕਾਰੀ ਦੇ ਮਸਲੇ 'ਚ, ਆਪਣੀ ਖੇਤੀਬਾੜੀ ਦੇ ਮਸਲੇ 'ਚ ਆਉਣ ਜਾਣ ਕਰਦਾ ਸੀ। ਸਮਾਂ ਆਉਂਦਾ ਗਿਆ, ਵੱਡੇ ਪਰਿਵਾਰ ਦੇ ਜੀ ਵੱਧਦੇ ਗਏ, ਅਤੇ ਇੱਕ ਦਿਨ ਆ ਕੇ ਉਹਨੂੰ ਦੱਸਿਆ ਕਿ ਬਾਬਾ ਮੈਂ ਆਪਣਾ ਸਾਰਾ ਕਾਰ ਵਿਹਾਰ ਨਾ ਆਪਣੇ ਬੱਚਿਆਂ ਨੂੰ ਸੌਂਪਤਾ ਹੈ, ਹੁਣ ਬੱਚੇ ਵੱਡੇ ਹੋ ਗਏ ਨੇ, ਖੇਤੀਬਾੜੀ ਦਾ ਕੰਮ ਬੱਚੇ ਲੈ ਤੁਰੇ ਨੇ, ਅਤੇ ਮੈਂ ਹੁਣ ਨਾ ਖੇਤੀਬਾੜੀ ਤੋਂ ਥੋੜ੍ਹੀ ਫੁਰਸਤ ਪਾ ਲਈ ਹੈ, ਅਤੇ ਤੁਸੀਂ ਮੈਨੂੰ ਹੁਣ ਥੋੜ੍ਹੀ ਜਿਹੀ ਗੁਰਮੁਖੀ ਪੜ੍ਹਾ ਦਿਓ, ਕਿਉਂਕਿ ਹੁਣ ਫੁਰਸਤ ਤਾਂ ਮੈਂ ਪੜ੍ਹ ਸਕਦਾ। ਯਾਦ ਰੱਖਣਾ ਇਹੀ ਆਸਾਨ ਹੈ ਵੀ ਜਦੋਂ ਇੱਕ ਪਾਸੇ ਫੁਰਸਤ ਲਈਏ ਅਤੇ ਆਪਾਂ ਦੂਜੇ ਕੰਮ ਕਰੀਏ। ਉਹਨੇ ਕਿਹਾ ਵੀ ਹੁਣ ਬੱਚੇ ਖੇਤੀਬਾੜੀ ਕਰ ਤੁਰੇ ਨੇ, ਮੇਰੇ ਕੋਲ ਸਮਾਂ ਹੈ ਅਤੇ ਮੈਨੂੰ ਅੱਖਰ ਗਿਆਨ ਦੇ ਦਿਓ, ਮੈਂ ਜਪਜੀ ਸਾਹਿਬ ਪਾਠ 'ਤੇ ਕਰ ਸਕਾਂ। ਹੌਲੀ ਹੌਲੀ ਚਲਾਉਂਦਾ ਜਾਂਦਾ ਰਿਹਾ, ਰੋਜ਼ਾਨਾ ਆਉਣਾ, ਉਹਨੇ ਇੱਕ ਇੱਕ ਪੌੜੀ ਸਿੱਖਦਾ ਸਮਝਦਾ ਗਿਆ, ਜਪਜੀ ਸਾਹਿਬ ਦਾ ਪਾਠ ਕਰਨ ਜੋਗਾ ਹੋ ਗਿਆ। ਜਦੋਂ ਪਾਠ ਕਰਨ ਜੋਗਾ ਹੋ ਗਿਆ ਅਤੇ ਨਾਲੇ ਆ ਕੇ ਦੱਸ ਦੇਣਾ ਵੀ ਹੁਣ ਬੱਚਿਆਂ ਨੇ ਆਹ ਕਰ ਲਿਆ ਜੀ, ਬੱਚਿਆਂ ਨੇ ਆਹ ਕਰ ਲਿਆ, ਘਰ ਦੀਆਂ ਖੁਸ਼ੀਆਂ ਗਮੀਆਂ ਦੀ ਗੱਲਾਂ ਵੀ ਸਾਂਝੀਆਂ ਕਰਦੇ ਜਾਣਾ, ਅਤੇ ਮੈਂ ਹੁਣ ਕੰਮ ਨਹੀਂ ਕਰਦਾ, ਬੱਚੇ ਕੰਮ ਕਰਦੇ ਨੇ। ਅਤੇ ਇੱਕ ਦਿਨ ਬਾਬਾ ਗੁਰਮੁਖ ਕਹਿਣ ਲੱਗੇ ਕਿ ਭਾਈ ਤੂੰ ਕੰਮ ਕਰਨਾ ਬਿਲਕੁਲ ਛੱਡਤਾ, ਹਲ ਨਹੀਂ ਵਾਹੁੰਦਾ? ਕਹਿਣ ਲੱਗਾ ਨਹੀਂ ਜੀ, ਬੱਚਿਆਂ ਨੇ ਖੇਤੀ ਦਾ ਕੰਮ ਸਾਂਭ ਲਿਆ, ਉਹਨਾਂ ਮੈਨੂੰ ਆਜ਼ਾਦ ਕਰਤਾ ਹੈ, ਫੁਰਸਤ ਦੇ ਦਿੱਤੀ ਹੈ। ਕਹਿਣ ਲੱਗੇ ਫਿਰ ਤੁਸੀਂ ਅੰਦਰ ਦੀ ਖੇਤੀ ਕਰ ਲਓ। ਉਹ ਸਧਾਰਨ ਬੰਦਾ ਸੀ, ਕਹਿਣ ਲੱਗਾ ਬਾਬਾ ਅੰਦਰ ਦੀ ਖੇਤੀ ਕਿੱਦਾਂ ਹੁੰਦੀ ਹੈ? ਕਹਿਣ ਲੱਗੇ ਗੁਰੂ ਨਾਨਕ ਨੇ ਦੱਸੀ ਹੈ, ਮੈਂ ਜੁਗਤ ਦੱਸ ਦੇਣਾ, ਤੂੰ ਉੱਦਾਂ ਕਰ ਲੈ। ਕਹਿਣ ਲੱਗਾ ਜੀ ਦੱਸ ਦਿਓ। ਉਹਨਾਂ ਆਪਣੇ ਢੰਗ ਨਾਲ ਸਧਾਰਨ ਤਰੀਕੇ ਨਾਲ ਅਨਪੜ੍ਹ ਬੰਦੇ ਨੂੰ ਸਮਝਾਉਣਾ ਸੌਖਾ। ਕਹਿਣ ਲੱਗੇ ਇੱਦਾਂ ਕਰ, ਜਿਵੇਂ ਤੂੰ ਕਦੇ ਹਲ ਵਾਹੁੰਦਾ ਹੋਏਗਾ ਨਾ, ਅਤੇ ਹਲ ਦੇ ਬਲਦ ਹਲ ਵਗਦੇ ਨੇ, ਤੂੰ ਹਲ ਦੀ ਜੰਗੀ ਪਕੜਦਾ ਹੈ ਅਤੇ ਦੇਖਦਾ ਤੇਰਾ ਧਿਆਨ ਕਿੱਥੇ ਹੁੰਦਾ ਹੈ। ਕਹਿਣ ਲੱਗਾ ਜੇ ਧਿਆਨ ਤੇ ਹਲ ਦੇ ਫਾੜੇ ਤੇ ਹੱਥ 'ਤੇ ਹੁੰਦਾ, ਕਿਤੇ ਹਲ ਇੱਧਰ ਉੱਧਰ ਨਾ ਹੋ ਜਾਏ, ਸਿਆੜ ਵਿੰਗਾ ਨਾ ਹੋ ਜਾਏ, ਬਲਦ ਦੇ ਫਾੜਾ ਨਾ ਵੱਜੇ, ਬਹੁਤ ਇੰਤਜ਼ਾਮ ਧਿਆਨ ਰੱਖਣਾ ਪੈਂਦਾ। ਕਹਿਣ ਲੱਗੇ ਇਸੇ ਤਰ੍ਹਾਂ ਤੂੰ ਆਪਣੇ ਮਨ ਨੂੰ ਨਾ ਆਪਣੇ ਹਿਰਦੇ ਦੀ ਖੇਤੀ 'ਚ ਸਿਆੜ ਕੱਢਿਆ ਕਰ, ਧਿਆਨ ਦੇ ਨਾਲ ਹਿਰਦੇ ਵਿੱਚ ਸਿਆੜ ਕੱਢਿਆ ਕਰ। ਬਸ ਵਾਹਿਗੁਰੂ ਵਾਹਿਗੁਰੂ ਕਰਦਾ ਧਿਆਨ ਤੇਰਾ ਉੱਦਾਂ ਹੀ ਹੋਵੇ ਜਿਵੇਂ ਹਲ ਵਾਹੁੰਦੇ ਆਉਂਦਾ। ਅੱਛਾ ਬਸ ਆਇਆ 15-20 ਦਿਨ 50 ਦਿਨ ਲਾ ਕੇ ਆਇਆ, 2 ਮਹੀਨੇ ਬਾਅਦ ਆਇਆ। ਕਹਿਣ ਲੱਗਾ ਹਾਂ ਬਾਬਾ ਹੁਣ ਹਲ ਵਗਣ ਲੱਗ ਪਏ, ਹੁਣ ਸਿਆੜ ਸਮਝ ਆ ਗਈ ਕਿ ਧਿਆਨ ਕਿਵੇਂ ਹੁੰਦਾ ਹੈ। ਫਿਰ ਬਾਬੇ ਨੇ ਅਗਲੇ ਯੁੱਗ ਦੱਸਦੇ, ਦੇਖੋ ਤੂੰ ਬੀਜ ਵੀ ਬੀਜਿਆ ਕਰ। ਆਖੇ ਜੀ ਬੀਜ ਕਿੱਦਾਂ ਬੀਜਾਂ? ਲੱਗੇ ਕਿਵੇਂ ਬੀਜਦੇ ਹੋ? ਕਹਿਣ ਲੱਗੇ ਜੀ ਉਹਦੇ ਸਿਆੜਾਂ 'ਚ ਅਸੀਂ ਕੇਰਾ ਕੇਰਦੇ ਹਾਂ, ਕਣਕਾਂ ਨੂੰ ਕੇਰਦੇ ਹੁੰਦੇ ਸੀ, ਹੁਣ ਤਾਂ ਅਸੀਂ ਡਰਿਲ ਦੇ ਨਾਲ ਬੀਜ ਲੈਂਦੇ ਨੇ। ਕਹਿਣ ਲੱਗੇ ਇੱਕ ਇੱਕ ਦਾਣਾ ਮੁੱਠੀ 'ਚੋਂ ਹੌਲੀ ਹੌਲੀ ਸਿੱਟਦੇ ਹਾਂ। ਕਹਿਣ ਲੱਗੇ ਇਸੇ ਤਰ੍ਹਾਂ ਤੂੰ ਹੁਣ ਵਾਹਿਗੁਰੂ 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 ਉਹਨਾਂ ਸਿਆੜਾਂ ਦੇ ਵਿੱਚ ਨਾ ਵਾਹਿਗੁਰੂ ਵਾਹਿਗੁਰੂ ਦਾਣੇ ਘੇਰੀ ਜਾ। ਠੀਕ ਹੈ ਜੀ, ਫਿਰ ਕੀ ਕਰਾਂ? ਕਹਿਣ ਲੱਗੇ ਜਿੱਦਣ ਤੂੰ ਕੇਰ ਲਵੇਂ ਫਿਰ ਸੰਤੋਖ ਦਾ ਸੁਹਾਗਾ ਦੇ ਦੀ। ਸੰਤੋਖ ਦੇ ਸੁਹਾਗੇ ਦਾ ਮਤਲਬ ਹੈ ਸ਼ਾਂਤ ਰੱਖੀ, ਹੌਸਲਾ ਰੱਖੀ। ਇਹ ਖੇਤੀ ਇੱਕ ਦਿਨ ਦੀ ਨਹੀਂ ਪੈਦਾ ਹੁੰਦੀ, ਇਹ ਹੌਸਲਾ ਮੰਗਦੀ ਹੈ। ਹੁਣ ਹੌਲੀ ਹੌਲੀ ਕਰਦਿਆਂ 6 ਮਹੀਨੇ ਗੁਜ਼ਰ ਗਏ। ਇੱਕ ਦਿਨ ਬੜਾ ਖੁਸ਼ ਆਇਆ, ਕਹਿਣ ਲੱਗਾ ਬਾਬਾ ਮੈਨੂੰ ਇੰਝ ਲੱਗਦਾ ਜਿਵੇਂ ਮੇਰੇ ਅੰਦਰ ਦਾ ਖੇਤ ਲਹਿਰਾ ਰਿਹਾ, ਹਰਿਆ ਭਰਿਆ, ਆਨੰਦ ਆ ਗਿਆ। ਇਹ ਜੁਗਤ ਅਸਾਂ ਵੀ ਅਪਣਾਉਣੀ ਹੈ। ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ
ਤਨ ਖੇਤ। ਅਸਾਂ ਵੀ ਆਪਣੇ ਅੰਦਰ ਦੇ ਮਨ ਨੂੰ ਗੁਰਦੇਵ ਕਿਰਪਾ ਕਰਨ, ਜਦੋਂ ਅਸੀਂ ਸਿਮਰਨ ਕਰੀਏ ਨਾ, ਜਾਪ ਕਰੀਏ, ਪਾਠ ਕਰੀਏ, ਜਿਵੇਂ ਅੱਜ ਕਿਹਾ ਹਰਿ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਆ ਜੀਓ। ਹੁਣ ਆਪ ਜੀ ਆਪਾਂ ਰਲ ਕੇ ਕਥਾ ਕੀਰਤਨ ਕਰਦੇ ਸੁਣਦੇ ਹਾਂ। ਇਕੱਲੇ ਬੈਠ ਕੇ ਜਦੋਂ ਕਿਤੇ ਜਾਪ ਕਰਦੇ ਹੋ, ਮੰਨ ਲਓ ਜਪਜੀ ਸਾਹਿਬ ਦਾ ਜਾਪ ਹੀ ਕਰਦੇ ਹੋ, ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰਦੇ ਹੋ, ਤਾਂ ਧਿਆਨ ਕਿੱਥੇ ਰੱਖਣਾ ਹੈ? ਬਿਲਕੁਲ ਸਾਵਧਾਨ ਹਿਰਦੇ ਵਿੱਚ। ਫਿਰ ਪਾਠ ਕਰਕੇ ਕੀ ਕਾਹਲੀ ਕਾਹਲੀ ਕਰੀ ਹੁਣੇ ਫਲ ਦੇ? ਨਹੀਂ, ਸੰਤੋਖ ਰੱਖੋ। ਜਿਵੇਂ ਖੇਤੀ ਬੀਜਣ ਵਾਲੇ ਨੂੰ ਕੁਝ ਦਿਨ ਸੰਤੋਖ ਰੱਖਣਾ ਪੈਂਦਾ, ਤਦ ਜਾ ਕੇ ਕਿ ਦਾਣੇ ਉੱਗਦੇ ਨੇ। ਇਹ ਥੋੜ੍ਹਾ ਕਿ ਸਵੇਰੇ ਦਾਣੇ ਬੀਜ ਕੇ ਅਤੇ ਸ਼ਾਮੀ ਜਾ ਕੇ ਦੇਖੇ ਲੈ ਉੱਗੇ ਕਿਉਂ ਨਹੀਂ। ਨਹੀਂ, ਹਰ ਦਾਣੇ ਦੇ ਉੱਗਣ ਦਾ ਸਮਾਂ ਹੁੰਦਾ ਹੈ। ਫਿਰ ਦਾਣੇ ਉੱਗਦੇ ਨੇ, ਫਿਰ ਹੌਸਲੇ ਦੇ ਨਾਲ ਬਹਿਣਾ ਪੈਂਦਾ ਹੈ, ਰਾਖੀ ਕਰਨੀ ਪੈਂਦੀ ਹੈ, ਤਦ ਕਿਤੇ ਜਾ ਕੇ 3-4 ਮਹੀਨੇ ਬਾਅਦ ਉਸ ਨੂੰ ਦਾਣੇ ਲੱਗਦੇ ਨੇ। ਫਿਰ ਪੱਕਦਿਆਂ ਸਾਂਭ ਸੰਭਾਲਦੇ 6 ਮਹੀਨੇ ਦਾ ਦੌਰ ਗੁਜ਼ਰ ਜਾਂਦਾ ਇੱਕ ਫਸਲ ਦੇ ਪੂਰੀ ਤਰ੍ਹਾਂ ਤਿਆਰ ਹੋ ਕੇ ਘਰ ਤੱਕ ਆਉਣ ਦਾ। ਜੇ ਇੱਕ ਦੁਨਿਆਵੀ ਫਸਲ ਤਿਆਰ ਹੋਣ 'ਚ 6 ਮਹੀਨੇ ਦਾ ਇੰਤਜ਼ਾਮ ਸਾਨੂੰ ਕਰਨਾ ਪੈਂਦਾ ਹੈ, ਅਤੇ ਭਾਈ ਸਿਮਰਨ ਅੱਜ ਕਰਨਾ ਸ਼ੁਰੂ ਕੀਤਾ ਜੇ ਸੰਤੋਖ ਦਾ ਸਮਾਂ ਤੇ ਦਿਓਗੇ ਨਾ। ਥੋੜ੍ਹਾ ਕਿ ਮਹਾਰਾਜ ਜੀ ਦੇਖੋ ਜੀ ਅਸੀਂ ਪਾਠ ਕਰਨਾ ਸ਼ੁਰੂ ਕੀਤਾ, ਪੜ੍ਹਿਆ ਤਾਂ ਕੁਝ ਵੀ ਨਹੀਂ। ਸਾਡੇ 'ਚ ਅਕਸਰ ਆਪਾਂ ਕਰਦੇ ਹਾਂ, ਦੇਖੋ ਸਾਨੂੰ ਕਿੰਨੇ ਦਿਨ ਹੋ ਗਏ ਪਾਠ ਕਰਦੇ, ਬਣਿਆ ਤਾਂ ਕੁਝ ਵੀ ਨਹੀਂ। ਉਹ ਭਾਈ ਇੱਦਾਂ ਥੋੜ੍ਹਾ ਬਣਦਾ, ਸਮਾਂ ਲੱਗਦਾ। ਸੰਤੋਖ ਦਾ ਸੁਹਾਗਾ ਰੱਖ, ਅਤੇ ਰੱਖ ਗਰੀਬੀ ਵੇਸ। ਗਰੀਬੀ ਵੇਸ ਦਾ ਮਤਲਬ ਹੈ ਤੜਕ ਭੜਕ ਤੋਂ, ਦਿਖਾਵੇ ਤੋਂ ਦੂਰ। ਇਹਦਾ ਭਾਵ ਨਹੀਂ ਕਿਸੇ ਪਾਟੇ ਕੱਪੜੇ ਪਾ ਕੇ ਤੁਰੇ ਫਿਰਿਆ ਕਰੀਏ। ਦੇਖੋ ਜੀ ਗਰੀਬੀ ਵੇਸ ਨਹੀਂ, ਤੜਕ ਭੜਕ ਤੋਂ ਦੂਰ। ਜੋ ਸਾਧਾਰਨ ਸਾਨੂੰ ਜੀਵਨ ਹੈ, ਇੱਥੇ ਲਿਵੇਸ਼ ਦਾ ਮਤਲਬ ਕੇਵਲ ਕੱਪੜੇ ਲਿਬਾਸ ਹੀ ਨਹੀਂ, ਆਪਣਾ ਜੀਵਨ ਵਿਵਹਾਰ ਸਾਧਾਰਨਤਾ, ਨਿਰਮਲ ਅਤੇ ਸਾਫ ਸੁਥਰਾ ਰੱਖੀਏ, ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਤੜਕ ਭੜਕ ਦਾ ਮਤਲਬ ਹੁੰਦਾ ਮੈਂ ਹਉਮੈ ਦਾ ਪ੍ਰਗਟਾਵਾ ਕਰਦਾ ਪਿਆ। ਜਦੋਂ ਅਸੀਂ ਬਹੁਤ ਚੰਗੇ ਕੱਪੜੇ ਪਾ ਕੇ ਪਾਰਟੀਆਂ 'ਚ ਜਾਂਦੇ ਹਾਂ, ਉਹਦਾ ਇੱਕ ਮਾਇਨੇ ਹੁੰਦਾ ਕਿ ਦੇਖ ਭਾਈ ਤੇਰੇ ਨਾਲੋਂ ਮੇਰੇ ਕੱਪੜੇ ਜ਼ਿਆਦਾ ਚੰਗੇ ਨੇ, ਮੇਰੇ ਜ਼ਿਆਦਾ ਕੀਮਤੀ ਨੇ। ਅਸੀਂ ਆਪਣੇ ਧਨ ਦਾ, ਆਪਣੀ ਵਣਤਰ ਦਾ, ਆਪਣੀ ਸਿਆਣਪ ਦਾ ਪ੍ਰਗਟਾਵਾ ਕਰ ਰਹੇ ਹਾਂ। ਇਹ ਕਿਤੇ ਨਾ ਕਿਤੇ ਹਉਮੈ ਦਾ ਪ੍ਰਗਟਾਵਾ ਹੋ ਜਾਂਦਾ ਹੈ, ਅਹੰਕਾਰ ਦਾ ਪ੍ਰਗਟਾਵਾ ਹੋ ਜਾਂਦਾ ਹੈ। ਗਰੀਬੀ ਵੇਸ ਦਾ ਮਤਲਬ ਹੈ ਕਿ ਤੂੰ ਆਪਣੇ ਲਿਬਾਸ ਦੇ ਸਦਕੇ ਆਪਣੇ ਧਨ ਅਤੇ ਆਪਣੀ ਹਉਮੈ ਦਾ ਪ੍ਰਗਟਾਵਾ ਨਾ ਕਰੀ। ਜੋ ਉਚਿਤ ਤੇ ਸਾਧਾਰਨ ਹੈ ਤੂੰ ਭਾਈ ਕੱਪੜੇ ਪਾ। ਫਿਰ ਕੀ ਕਰਾਂ ਜੀ? ਭਾਵ ਕਰਮ ਕਰ, ਪ੍ਰੇਮ ਦਾ ਕਰਮ ਕਰ। ਜੋ ਕੁਝ ਵੀ ਕਰਨਾ ਪ੍ਰੇਮ ਸਹਿਤ ਕਰਨਾ। ਫਿਰ ਕੀ ਹੋਏਗਾ? ਜਮਸੀ, ਫਿਰ ਖੇਤੀ ਤੇਰੀ ਉਗੇਗੀ। ਜਿਵੇਂ ਬਾਹਰ ਦੀ ਖੇਤੀ ਬੀਜ ਕੇ ਦਾਣੇ ਸਾਰ ਸਵਾਰ ਕੇ ਸੁਹਾਗਾ ਦੇ ਕੇ ਸੰਤੋਖ ਰੱਖੀਦਾ, ਫਿਰ ਕਿਤੇ ਹਫ਼ਤੇ 10 ਦਿਨ ਬਾਅਦ ਦਾਣੇ ਉਂਗਰਦੇ ਨੇ, 6 ਮਹੀਨੇ ਬਾਅਦ ਪੱਕ ਕੇ ਘਰ ਆਉਂਦੇ ਨੇ। ਉਹਨਾਂ ਚਿਰ ਕੀ ਖੇਤੀ ਨਫ਼ਰਤ ਕਰ ਦਿਓ ਕਿ ਉੱਗੀ ਨਹੀਂ ਖੇਤੀ ਜੀ? ਨਹੀਂ ਨਹੀਂ, ਬੜੇ ਪ੍ਰੇਮ ਨਾਲ ਦੇਖਿਆ ਲੋਕਾਂ ਨੂੰ ਫੇਰਾ ਮਾਰਨ ਜਾਂਦੇ ਨੇ। ਅਜੇ ਉੱਗੇ ਨਹੀਂ ਪਰ ਫਿਰ ਵੀ ਰੋਜ਼ਾਨਾ ਜਾਂਦੇ ਨੇ। ਅਜੇ ਪਾਣੀ ਦਿੱਤੇ ਫਿਰ ਰੋਜ਼ਾਨਾ ਜਾਂਦੇ ਨੇ। ਕਦੇ ਕਿਨਾਰੇ ਗੁੱਡਦੇ ਨੇ, ਕੁਝ ਸਫਾਈ ਕਰਦੇ ਨੇ, ਕਦੇ ਵਾੜਾਂ ਲਗਾਉਂਦੇ ਨੇ, ਕਦੇ ਕੁਛ ਕਰਦੇ ਨੇ। ਬੜੇ ਪ੍ਰੇਮ ਦੇ ਰੋਜ਼ਾਨਾ ਖੇਤੀ 'ਚ ਫੇਰਾ ਮਾਰਨ ਜਾਂਦੇ ਨਾ। ਇਵੇਂ ਆਪਣੇ ਅੰਦਰ ਦੇ ਵੀ ਜੋ ਵੀ ਕਰਮ ਸਾਨੂੰ ਕਰਨ ਨੂੰ ਮਿਲਿਆ, ਭਾਵ ਕਰਮ, ਪ੍ਰੇਮ ਦੇ ਕਰਮ ਕਰੀ। ਫਿਰ ਕੀ ਹੋਏਗਾ? ਇਹ ਅੰਦਰ ਦੀ ਖੇਤੀ ਜੰਮੇਗੀ। ਫਿਰ ਕੀ ਹੋਏਗਾ? ਅਤੇ ਜਿਨ੍ਹਾਂ ਦੀ ਖੇਤੀ ਵਧੀਆ ਹੋਵੇ ਉਹ ਭਾਗਾਂ ਵਾਲੇ ਘਰ ਹੁੰਦੇ ਨੇ, ਉਹਨਾਂ ਦੇ ਘਰ ਧਨ ਧਨ ਨਾਲ ਭਰ ਜਾਂਦੇ ਨੇ। ਕਹਿਣ ਕਿ ਸੇ ਘਰ ਭਾਗਠ ਦੇਖ, ਦੇਖ ਦਾ ਮਤਲਬ ਦੇਖੇ ਨੇ, ਉਹਨਾਂ ਦੇ ਘਰ ਧਨ ਭਰਿਆ ਦੇਖਿਆ, ਦਾਣੇ ਭਰੇ ਦੇਖੇ ਨੇ। ਇਸ ਕਰਕੇ ਕਹਿਣ ਲੱਗੇ ਪਿਆਰਿਓ, ਇਹ ਗੱਲ ਸਮਝ ਲੈਣਾ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਵ ਕਰਮ ਕਰ ਜਮਸੀ ਸੇ ਕਰ ਭਾਗਟ ਦੇਖ। ਪਰ ਚੇਤਾ ਰੱਖੀਏ ਸੰਸਾਰ ਦੀ ਮਾਇਆ ਆਧਿਆਤਮ 'ਚ ਕੰਮ ਨਹੀਂ ਆਉਂਦੀ, ਇਹ ਸੰਸਾਰ ਵਿੱਚ ਹੈ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਬਿਰਲਾ ਬੂਝੇ ਕੋਈ। ਇਹ ਗੱਲਾਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਗੋਸ਼ਟੀ ਦੇ ਰੂਪ ਵਿੱਚ ਰਾਏ ਬੁਲਾਰ ਜੀ ਕੇ ਪਰਿਵਾਰ 'ਚ ਘਰ ਬੈਠਿਆਂ ਹੋ ਰਹੀਆਂ ਨੇ। ਜਦੋਂ ਇਹ ਗੱਲਾਂ ਹੋਈਆਂ ਤਾਂ ਸਤਿਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਨਾਲ ਉਹਨਾਂ ਦੇ ਪਿਤਾ ਜੀ ਅਤੇ ਚਾਚਾ ਜੀ ਰਾਏ ਜੀ ਦੇ ਨਾਲ ਕੋਲ ਬੈਠੇ ਨੇ, ਸਲਾਹਾਂ ਦੇ ਰਹੇ ਨੇ। ਹੁਣ ਉਹ ਕਹਿਣ ਲੱਗੇ, ਅੱਛਾ ਇੱਦਾਂ ਵੀ ਕਰਦੇ ਹੋ ਤੁਸੀਂ, ਖੇਤੀ ਕਰਦੇ ਹੋ, ਚਲੋ ਇੱਦਾਂ ਨਹੀਂ ਨਾ ਅਤੇ ਤੁਸੀਂ ਹੱਟੀ ਪੱਟੀ ਕੰਮ ਕਰ ਲਓ। ਹੱਟੀ ਦਾ ਕੰਮ ਤਾਂ ਤੁਸੀਂ ਕਰਦੇ ਹੀ ਆਏ ਹੋ, ਇੱਥੇ ਹੱਟੀ ਕਰ ਲੈਂਦੇ ਆ। ਨਾਨਕ ਸਤਿਗੁਰੂ ਕਹਿਣਗੇ ਸਾਡੀ ਹੱਟੀ ਬੜੀ ਵਧੀਆ ਹੈ, ਸਾਡੇ ਅੰਦਰ ਦਾ ਹੱਟ ਬਹੁਤ ਪਿਆਰਾ ਜੇ। ਉਹ ਕਹਿਣ ਲੱਗੇ ਕਿਹੜਾ, ਕੈਸਾ ਹੈ?
बाहर दी हट्टियां ते वेखियां ने असां, बाहर दे बाज़ार ते असां देखे ने, तुहाडा मोदी खाना देखे है। कहन लगे देखो अंदर दा मोदी खाना कितना प्यारा है। हाण हट, हाण कहंदे ने आ साजो समान दे हाण हट कर यार जा। आ जिहड़ी साडी उम्र है ना, इसे नूं हट्टी बना दे। उंज असीं देखदे ना हट्टी दा साइज लैने, एडी वड्डी हट्टी होनी चाहिदी आ, इन्ना इंतजाम होना चाहिदा है। कहन लगे तेरी उम्र जितनी है इन्नी वड्डी तेरी हट्टी है। अच्छा, सच नाम कर वथ ते हट्टी को दुकान केवल मकान के रूप में थोड़ा चलती, ਉਹਦੇ ਵਿੱਚ ਸਾਮਾਨ ਹੁੰਦਾ ਭਾਈ, ਅਲੱਗ-ਅਲੱਗ ਪ੍ਰਕਾਰ ਦਾ ਸਾਮਾਨ ਉਹਦੇ 'ਚ ਰੱਖਿਆ ਹੁੰਦਾ ਹੈ ਭਾਈ। ਇਹਦੇ 'ਚ ਸੱਚੇ ਨਾਮ ਦਾ ਸਾਮਾਨ ਰੱਖ, ਅੰਦਰ ਦੇ ਹਿਰਦੇ ਰੂਪੀ ਹੱਟੀ ਨੂੰ ਸਾਫ ਸੁਥਰਾ ਕਰ, ਤੇ ਜਿਤਨਾ ਵੀ ਤੇਰੇ ਕੋ ਉਮਰ ਦਾ ਸਮਾਂ ਹੈ ਨਾ, ਉਹਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਨੂੰ ਟਿਕਾ ਦੇ। ਸੱਚ ਨਾਮ ਕਰ ਵਥ, ਉਹ ਹੱਥ ਕਿਵੇਂ ਸਾਂਭੀਏ ਭਾਈ? ਅੱਜ ਵੀ ਕਿਸੇ ਹੱਟੀ 'ਤੇ ਜਾ ਕੇ ਦੇਖੀਏ, ਉਹਨੇ ਸਾਰੇ ਸਾਮਾਨਾਂ ਨੂੰ ਵੱਖਰੇ ਵੱਖਰੇ ਡੱਬਿਆਂ 'ਚ ਭਾਂਡਿਆਂ 'ਚ ਪਾ ਕੇ ਰੱਖਿਆ ਹੁੰਦਾ। ਪੁਰਾਣੇ ਲੋਕਾਂ ਨੇ ਅੱਜ ਤੋਂ ਜੇ 50 ਸਾਲ ਪੁਰਾਣੀ ਹੱਟੀ ਦੇਖੀ ਤੇ ਘੜਿਆਂ 'ਚ ਰੱਖਿਆ ਸੀ, ਫਿਰ ਬਕਸੇ ਬਣ ਕੇ ਆਏ। ਅੱਜ ਅਸੀਂ ਦੇਖਦੇ ਦੀਵਾਰਾਂ 'ਤੇ ਸ਼ੀਸ਼ਿਆਂ ਦੇ ਰੈਕ ਲੱਗੇ ਨੇ। ਪਰ ਰੱਖਿਆ ਤੇ ਵੱਥ ਹੀ ਹੈ ਨਾ, ਭਾਵੇਂ ਕਿਸੇ ਨੇ ਘੜੇ 'ਚ ਪਾ ਕੇ ਰੱਖੇ ਤੇ ਭਾਵੇਂ ਅੱਜ ਕਿਸੇ ਨੇ ਕੱਚ ਦਾ ਡੱਬਾ ਬਣਾ ਕੇ ਰੱਖਿਆ, ਆਖਰ ਉਸਨੇ ਵਸਤੂ ਨੂੰ ਸਾਂਭਿਆ ਹੈ ਨਾ। ਬਿਹਤਰੀਨ ਤੋਂ ਬਿਹਤਰੀਨ ਤਰੀਕੇ ਦੇ ਨਾਲ ਹਰ ਦੁਕਾਨਦਾਰ ਆਪਣੀ ਵਸਤੂ ਨੂੰ ਸਾਂਭਦਾ ਸਵਾਰਦਾ ਤੇ ਰੱਖਦਾ ਹੈ। ਅਸੀਂ ਆਪਣੇ ਨਾਮ ਦੀ ਵਸਤੂ ਨੂੰ ਕਿਵੇਂ ਸਾਂਭ ਸੰਭਾਲ ਕੇ ਰੱਖਣਾ ਹੈ? ਕਹਿਣ ਲੱਗੇ ਸੁਰਤ ਸੋਚ ਕਰ ਭਾਂਡ ਸਾਲ, ਆਪਣੀ ਸੁਰਤੀ ਦੇ ਵਿੱਚ ਰੱਖ। ਵਾਹਿਗੁਰੂ ਜੀ ਦਾ ਨਾਮ ਨਾ ਤੇ ਦਿਮਾਗ ਵਿੱਚ ਰਹਿਣਾ ਜੇ, ਤੇ ਵਾਹਿਗੁਰੂ ਜੀ ਦਾ ਨਾਮ ਨਾ ਸਾਡੇ ਮਨਾਂ 'ਚ ਰਹਿਣਾ। ਵਾਹਿਗੁਰੂ ਜੀ ਦਾ ਨਾਮ ਸਾਡੇ ਧਿਆਨ ਵਿੱਚ ਰਹਿਣਾ, ਸਾਡੀ ਸੁਰਤ ਵਿੱਚ ਰਹਿਣਾ ਚਾਹੀਦਾ ਹੈ। ਵਾਹਿਗੁਰੂ ਜੀ ਦਾ ਨਾਮ ਸਾਡੇ ਹਿਰਦੇ ਦੇ ਉਸ ਹਿੱਸੇ 'ਚ ਰਹਿਣਾ ਚਾਹੀਦਾ ਜਿੱਥੇ ਚਿੰਤਨ ਕਲਾ ਹੁੰਦੀ ਹੈ, ਜਿੱਥੇ ਸੁਰਤ ਸੋਚ ਹੈ, ਜਿੱਥੋਂ ਫੁਰਨੇ ਉੱਠਦੇ ਨੇ। ਵਾਹਿਗੁਰੂ ਜੀ ਦਾ ਨਾਮ ਤੇ ਫੁਰਨਿਆਂ 'ਚ ਹੋਣਾ ਚਾਹੀਦਾ ਨਾ। ਅੱਜ ਸਾਡੇ ਘਰ ਪਰਿਵਾਰ ਦੀਆਂ ਲੋੜਾਂ ਸਾਡੇ ਫੁਰਨਿਆਂ ਵਿੱਚ ਹੈਗੀਆਂ ਨੇ, ਸਾਡੇ ਫੁਰਨਿਆਂ 'ਚ ਧਨ ਹੈਗਾ ਹੈ, ਪਰ ਇੱਥੇ ਵਾਹਿਗੁਰੂ ਜੀ ਦਾ ਨਾਮ ਸੁਰਤ ਸੋਚ ਕਰ ਭਾਂਡ ਸਾਲ। ਭਾਂਡ ਸਾਲ ਕਹਿੰਦੇ ਨੇ, ਇੱਥੇ ਭਾਂਡੇ ਰੱਖੇ। ਅੱਜ ਅਸੀਂ ਕਿਹਨੇ ਰੈਕ ਬਣਾ ਕੇ ਰੱਖੇ, ਉਹਨਾਂ ਨੇ ਖਾਨੇ ਬਣਾ ਕੇ ਰੱਖੇ ਨੇ। ਇਹ ਸਟੋਰ ਕਹਿ ਸਕਦੇ ਹਾਂ ਵੀ ਸਾਰਾ ਸਾਮਾਨ ਉਹਨਾਂ ਨੇ ਸਟੋਰ ਕੀਤਾ ਬੜੇ ਸੰਭਾਲ ਕੇ। ਵਾਹਿਗੁਰੂ ਜੀ ਦੇ ਨਾਮ ਨੂੰ ਅੰਦਰੋਂ ਸੁਰਤ ਦੇ ਸਟੋਰ ਦੇ ਵਿੱਚ ਸੰਭਾਲ ਕੇ ਰੱਖ, ਤਿਸ ਵਿੱਚ ਤਿਸ ਨੂੰ ਰੱਖ। ਵਾਹਿਗੁਰੂ ਜੀ ਦੇ ਨਾਮ ਨੂੰ ਐਵੇਂ ਨਹੀਂ ਆ ਵੇਖਿਆ ਹੁਣ ਅਸੀਂ ਆਪਣੇ ਘਰਾਂ 'ਚ ਜਿਹੜੇ ਵਡੇਰੇ ਗੁਰੂ ਪੋਥੀ ਵੀ ਰੱਖਣੇ ਤੇ ਬੜੀ ਸਾਂਭ ਸੰਭਾਲ ਕੇ ਰੱਖਣੀ ਹੈ। ਹੋਰ ਕੋਈ ਪੁਸਤਕ ਹੈ ਤੇ ਉਹਨੂੰ ਇੰਨਾ ਸਾਂਭਦੇ ਨਹੀਂ ਨਾ। ਆਪਣੇ ਘਰ 'ਚ ਅੱਜ ਵੀ ਬਹੁਤ ਸਾਰੀਆਂ ਬੁੱਕਸ ਹੋਣਗੀਆਂ, ਤੇ ਤੁਸੀਂ ਦੁਨੀਆ 'ਚੋਂ ਕੋਈ ਨਾਵਲ ਖਰੀਦ ਕੇ ਲਿਆਉਂਦੇ ਹੋ, ਉਹ ਟੇਬਲ 'ਤੇ ਰੁਲਦੀ ਰਹਿੰਦੀ ਹੈ। ਥੋੜ੍ਹੀ ਜਿਹੀ ਸੀ ਕਿਨੇ ਇਤਿਹਾਸ ਦੀ ਪੋਥੀ ਪਈ ਸੰਭਾਲ ਕੇ ਰੱਖੋ। ਤੇ ਜੀ ਉਹ ਸੁਖਮਨੀ ਸਾਹਿਬ ਦਾ ਜਪਜੀ ਸਾਹਿਬ ਦਾ ਗੁਟਕਾ ਦਾ ਕੀ ਕਰਦੇ ਆ ਭਾਈ, ਜਿਤਨਾ ਵਧੀਆ ਤਰੀਕੇ ਦੇ ਨਾਲ ਕੋਈ ਕਰ ਸਕਦਾ ਹੈ ਉਸ ਨੂੰ ਪੋਥੀ ਨੂੰ ਕਵਰ 'ਚ ਲਪੇਟ ਕੇ ਰੱਖਦਾ ਹੈ। ਬਹੁਤ ਘਰਾਂ 'ਚ ਦੇਖਿਆ ਲੋਕਾਂ ਨੇ ਤੇ ਨਿੱਕੇ ਨਿੱਕੇ ਬਾਕਸ ਬਣਾ ਕੇ ਰੱਖੇ ਨੇ ਭਾਈ, ਗੁਟਕਾ ਸਾਹਿਬ ਉਹਦੇ ਵਿੱਚ ਰੱਖਣਾ ਹੈ, ਜਿਹਨੂੰ ਗੁਟਕੇ ਦਾ ਮਤਲਬ ਹੀ ਹੈ ਡੱਬਾ ਛੋਟਾ ਜਿਹਾ। ਆ ਹੁਣ ਤੇ ਅਸੀਂ ਦੇਖਿਆ ਆ ਲੱਕੜ ਦੇ ਨਿੱਕੇ ਨਿੱਕੇ ਡੱਬੇ ਬਾਜ਼ਾਰਾਂ 'ਚ ਮਿਲ ਜਾਂਦੇ ਨੇ, ਜਿਵੇਂ ਲੋਕ ਆਪਣੇ ਗਹਿਣੇ ਰੱਖਦੇ ਨੇ, ਉਹਦੇ 'ਚੋਂ ਡੱਬੇ ਗੁਟਕੇ ਰੱਖ ਬੈਠੇ ਨੇ। ਭਈ ਇਹਨੂੰ ਸਾਂਭ ਸੰਭਾਲ ਕੇ ਰੱਖਣਾ ਨਾ, ਤੇ ਇਸ ਵਿੱਚ ਰੱਖ ਕਿ ਸਭ ਤੋਂ ਬਿਹਤਰੀਨ ਡੱਬਾ ਕਿਹੜਾ ਹੈ। ਸਭ ਤੋਂ ਬਿਹਤਰੀਨ ਡੱਬਾ ਜੇ ਸਾਡੀ ਸੁਰਤੀ ਦਾ, ਸਾਡੀ ਸੋਚ ਦਾ, ਸਾਡੇ ਚਿੰਤਨ ਦਾ। ਤੇ ਵਾਹਿਗੁਰੂ ਜੀ ਦੇ ਨਾਮ ਨੂੰ ਕਿੱਥੇ ਰੱਖਣਾ ਹੈ? ਆਪਣੀ ਸੁਰਤ ਵਿੱਚ, ਆਪਣੀ ਸੋਚ ਵਿੱਚ, ਆਪਣੇ ਧਿਆਨ ਵਿੱਚ। ਜਿਵੇਂ ਦੁਨੀਆ ਭਰ ਦੇ ਚੀਜ਼ਾਂ ਆਪਣੇ ਧੀਆਂ ਪੁੱਤਰਾਂ ਦਾ, ਪਰਿਵਾਰ ਦੇ ਜੀਆਂ ਦਾ, ਸਭ ਕੁਝ ਸੁਰਤ ਸੋਚ ਵਿੱਚ ਰੱਖਿਆ ਨਾ, ਨਹੀਂ ਉਸ ਸੁਰਤ ਸੋਚ ਵਿੱਚ ਵਾਹਿਗੁਰੂ ਜੀ ਦੇ ਨਾਮ ਰੱਖੇ। ਵਿਸ਼ਵਾਸ ਰੱਖੀਏ ਮੇਰੀਆਂ ਸਾਰੀਆਂ ਜ਼ਰੂਰਤਾਂ ਦੀ ਵਿਧੀ ਜੋ ਬਣਨੀ ਹੈ ਉਹ ਗੁਰੂ ਕਰਤਾ ਬਣਾਈ ਜਾਣਗੇ। ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਜਾਵਾਂ, ਅਰਦਾਸ ਕਰਦਾ ਜਾਵਾਂ, ਵਿਸ਼ਵਾਸ ਰੱਖਾਂ ਮੇਰੇ ਗੁਰੂ ਕਰਤਾ ਕੋਈ ਨਾ ਕੋਈ ਵਿਧ ਬਣਾ ਦੇਣਗੇ। ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਵਾਹਿਗੁਰੂ ਜੀ ਦੇ ਨਾਮ ਨੂੰ ਉਹਦੇ ਵਿੱਚ ਰੱਖ। ਅੱਛਾ ਫਿਰ ਕਰਾਂ ਕੀ? ਕਹਿਣ ਲੱਗੇ ਵਣ ਜਾ ਰਿਹਾ ਸਿਓ ਵਣਜ ਕਰ। ਤੇ ਵਪਾਰੀ ਭਾਈ ਕਿਹਦੇ ਨਾਲ ਵਪਾਰ ਕਰਦੇ ਨੇ? ਜਿਹੜਾ ਵਣਜਾ ਵਪਾਰ ਕਰਨ ਆਉਂਦਾ। ਹੁਣ ਕੋਈ ਹਟਵਾਣੀਆਂ ਹੈ ਤੇ ਜਿਹੜਾ ਸੌਦਾ ਲੈਣ ਆਏਗਾ ਉਹਦੇ ਨਾਲ ਸੌਦਾ ਲਏਗਾ ਨਾ। ਕੋਈ ਵੇਚਣ ਆਉਂਦਾ ਹੈ, ਕੋਈ ਖਰੀਦਣ ਆਉਂਦਾ ਹੈ। ਬਾਜ਼ਾਰ ਵਿੱਚ ਤਾਂ ਉਹੀ ਕੰਮ ਹੁੰਦੇ ਨਾ ਵੀ ਕੋਈ ਸਮਾਨ ਵੇਚਣ ਆ ਰਿਹਾ ਹੈ ਤੇ ਕੋਈ ਵਿੱਚ ਸਮਾਨ ਖਰੀਦਣ ਆ ਰਿਹਾ ਹੈ।
ਤੇ ਜਿਹੜੇ ਉੱਥੇ ਹਟਵਾਣੀ ਬੈਠੇ ਨੇ ਉਹ ਸਮਾਨ ਖਰੀਦਦੇ ਵੀ ਨੇ ਤੇ ਸਮਾਨ ਵੇਚਦੇ ਵੀ ਨੇ, ਕਿਉਂਕਿ ਭਾਈ ਉਹਨਾਂ ਦਾ ਤਾਂ ਕੰਮ ਹੈ ਵਪਾਰ ਕਰਨਾ। ਇਸੇ ਤਰ੍ਹਾਂ ਤੂੰ ਵੀ ਵਪਾਰ ਕਰ, ਕਿਹਨਾਂ ਦੇ ਨਾਲ ਕਰ? ਸਤਸੰਗੀਆਂ ਦੇ ਨਾਲ ਕਰ। ਕੋਈ ਤੇਰੇ ਤੋਂ ਪੁੱਛਣ ਆਉਂਦਾ ਏ, ਕੋਈ ਤੈਨੂੰ ਦੱਸਣ ਆਉਂਦਾ ਹੈ। ਆ ਸੰਸਾਰ 'ਚ ਇਹਨਾਂ ਦੇ ਸੰਬੰਧ ਬਣਾ ਕੇ ਰੱਖੀਏ ਨਾ। ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਐ ਕਿਛ ਕਹੀਐ। ਬਈ ਵਡੇਰਿਆਂ ਤੋਂ ਪੁੱਛ ਲਈਏ, ਛੋਟਿਆਂ ਨੂੰ ਦੱਸ ਦਈਏ। ਇਹੀ ਤਾਂ ਬਿਹਤਰੀਨ ਵਪਾਰ ਹੋਏਗਾ ਨਾ। ਅਸੀਂ ਆਪਣੇ ਵੱਡਿਆਂ ਤੋਂ ਪੁੱਛ ਲਈਏ ਜਿਹੜੀ ਗੱਲ ਸਮਝ ਨਾ ਆਵੇ, ਅਤੇ ਆਪਣੇ ਛੋਟਿਆਂ ਨੂੰ ਜੇ ਪੁੱਛਣ ਤਾਂ ਪਿਆਰ ਦੇ ਨਾਲ ਉਹਨਾਂ ਨੂੰ ਦੱਸ ਦਈਏ। ਨਾ ਗਲਤ ਕਿਸੇ ਤੋਂ ਸਿੱਖੀਏ ਅਤੇ ਨਾ ਗਲਤ ਕਿਸੇ ਨੂੰ ਮੱਤ ਦਈਏ। ਜਿਵੇਂ ਚੰਗਾ ਹਟਵਾਣੀਆਂ ਨਾ ਗਲਤ ਸਮਾਨ ਖਰੀਦਦਾ ਏ ਅਤੇ ਨਾ ਗਲਤ ਸਮਾਨ ਵੇਚਦਾ ਹੈ। ਇਵੇਂ ਹੀ ਅਸੀਂ ਵਣਜਾਰਿਆਂ ਸੋ ਵਣਜ ਕਰ, ਉਹਨਾਂ ਦੇ ਨਾਲ ਅਸੀਂ ਵਣਜ ਵਪਾਰ ਕਰੀਏ। ਫਿਰ ਸਾਨੂੰ ਕੀ ਮਿਲੇਗਾ? ਵੀ ਇੱਕ ਤੋਂ ਸੁਣਿਆ ਅਸੀਂ ਦੂਜੇ ਨੂੰ ਸੁਣਾ ਦਿੱਤਾ, ਅਸੀਂ ਇੱਥੇ ਸੁਣ ਕੇ ਗਏ, ਘਰ ਜਾ ਕੇ ਦੂਜੇ ਬੱਚੇ ਨੂੰ ਸੁਣਾ ਦਿੱਤਾ, ਕਿਤੇੋਂ ਪੜ੍ਹ ਕੇ ਆਏ ਸੁਣਾ ਦਿੱਤਾ। ਇਹ ਸਾਡਾ ਵਪਾਰ ਹੋ ਗਿਆ। ਮਿਲੇਗਾ ਕੀ? ਕਹਿਣਗੇ ਲੈ ਲਾਹਾ, ਇਹਦੇ ਕਰਕੇ ਵਪਾਰ 'ਚ ਤੈਨੂੰ ਲਾਭ ਮਿਲੇਗਾ। ਭਾਈ ਸਾਹਿਬ ਜਸਵੀਰ ਸਿੰਘ ਕਈ ਵਾਰ ਪਿਆਰ ਨਾਲ ਕਹਿੰਦੇ ਸੀ, ਭਾਈ ਹਾਸਦੇ ਵੀ ਹੁੰਦੇ ਸੀ ਅਤੇ ਥੋੜ੍ਹਾ ਜਿਹਾ ਹਾਸੇ ਦੇ ਨਾਲ ਗੱਲ ਵੱਡੀ ਵੀ ਕਹਿ ਦੇਣੀ ਕਿ ਭਾਈ ਅਸੀਂ ਜਦੋਂ ਕਹਿੰਦੇ ਇੱਕ ਦੂਜੇ ਨੂੰ ਭਾਈ ਵਾਹਿਗੁਰੂ ਜਪੋ ਅਤੇ ਤੁਸੀਂ ਜਪਣ ਲੱਗ ਪੈਂਦੇ ਹੋ। ਜਪ ਤੁਸੀਂ ਕਰਦੇ ਹੋ, ਇਨਸੈਂਟਿਵ ਸਾਨੂੰ ਮਿਲੇਗਾ। ਭਾਈ ਜਿਹਦੇ ਸਦਕੇ ਜਪਦੇ ਹੋ, ਆਖਰ ਕਿਸੇ ਨੇ ਤਾਂ ਸਾਨੂੰ ਕਿਹਾ ਨਾ ਪਹਿਲੀ ਵਾਰ ਭਾਈ ਸੰਗਤ ਵਿੱਚ ਆਇਆ ਕਰੋ, ਅਤੇ ਫਿਰ ਅਸੀਂ ਜਦੋਂ ਪਹਿਲੀ ਵਾਰ ਆਏ ਹਾਂ ਅਤੇ ਆਖਰ ਉਹਦਾ ਨਾਮ ਚੱਲੇਗਾ ਨਾ। ਮਹਾਰਾਜ ਤੇਰੀ ਸੰਗਤ ਵਿੱਚ ਫਲਾਣੇ ਦੇ ਕਰਕੇ ਆਏ ਹਾਂ। ਸ਼ੁਕਰਾਨੇ ਦਾ ਭਾਵ ਤਾਂ ਪੂਰਾ ਤਾਂ ਹੀ ਹੁੰਦਾ ਨਾ ਕਿ ਜਿਸ ਵੀ ਗੁਰਮੁਖ ਨੇ ਸਾਨੂੰ ਸੰਗਤ ਵਿੱਚ ਲਾਇਆ, ਭਾਵੇਂ ਮਾਪਿਆਂ ਦੇ ਰੂਪ 'ਚ ਨੇ, ਭਾਵੇਂ ਮਾਪਿਆਂ ਦੇ ਮਾਪੇ ਵਡੇਰਿਆਂ ਦੇ ਰੂਪ 'ਚ ਨੇ, ਹੋ ਸਕਦਾ ਕਿਸੇ ਨੂੰ ਕਿਸੇ ਦੇ ਬੱਚਿਆਂ ਨੇ ਇੱਧਰ ਲਾ ਦਿੱਤਾ। ਮੈਂ ਐਸੇ ਪਰਿਵਾਰ ਵੀ ਦੇਖੇ ਨੇ ਜਿਹੜੇ ਬੱਚਿਆਂ ਦੇ ਸੰਗਤੇ ਸਦਕੇ ਸੰਗਤ ਵਿੱਚ ਆਉਣ ਲੱਗ ਪਏ ਨੇ, ਭੈਣ ਭਰਾਵਾਂ ਦੇ ਸਦਕੇ ਸੰਗਤ ਵਿੱਚ ਆਉਣ ਲੱਗ ਪਏ ਨੇ, ਆਪਣੇ ਸੱਜਣਾ ਮਿੱਤਰਾਂ ਦੇ ਸਦਕੇ ਗੁਰਬਾਣੀ ਪੜ੍ਹਨ ਲੱਗ ਪਏ ਨੇ। ਅਤੇ ਭਾਈ ਕਿਸੇ ਦੇ ਸਦਕੇ 'ਤੇ ਆਉਨੇ ਆ ਨਾ। ਅਤੇ ਜਦੋਂ ਅਸੀਂ ਇੱਥੇ ਆ ਕੇ ਵਾਹਿਗੁਰੂ ਵਾਹਿਗੁਰੂ ਜਪਾਂਗੇ, ਅਤੇ ਜਿਸ ਨੇ ਸਾਨੂੰ ਇਸ ਪਾਸੇ ਜੋੜਿਆ ਹੈ ਕਿ ਮਹਾਰਾਜ ਦੀ ਖੁਸ਼ੀ ਉੱਤੇ ਨਹੀਂ ਹੋਏਗੀ? ਜ਼ਰੂਰ ਹੋਏਗੀ। ਸਿਆਣੇ ਕਹਿੰਦੇ ਨਾ ਤੋੜਨਾ, ਅਤੇ ਫਿਰ ਦੋਸ਼ ਵੀ ਉਹਦੇ 'ਤੇ ਲੱਗਦਾ ਨਾ ਜਿਹੜਾ ਤੋੜਦਾ ਹੈ, ਅਤੇ ਜੋ ਜੋੜ ਦੇਵੇ ਇਨਾਮ ਉਹਨੂੰ ਵੀ ਮਿਲਦਾ ਹੈ। ਇਸੇ ਕਰਕੇ ਤੇ ਅਸੀਂ ਕਹਿੰਦੇ ਹਾਂ ਨਾ, ਕੋਈ ਜਨ ਹਰਸਿਉਂ ਦੇਵੈ ਜੋਰ, ਚਰਨ ਗਾਹਾਂ ਬਕਉ ਸ਼ੁਭ ਰਸਨਾ, ਦੀਜਾ ਹੈ ਪ੍ਰਾਨ ਅਕੋਰ। ਭਾਈ ਜਿਹੜਾ ਮੈਨੂੰ ਜੋੜ ਦੇਵੇ ਮੈਂ ਉਹਦੇ ਚਰਨ ਪੂਜਾਂ, ਅਤੇ ਚੇਤਾ ਰਹਿਣਾ ਗੁਰੂ ਵੀ ਉਹਨੂੰ ਕਿਰਪਾ ਕਰਦੇ ਨੇ, ਖੁਸ਼ ਹੁੰਦੇ ਵੀ ਤੈਨੂੰ ਵੀ ਲਾਹਾ ਮਿਲੇਗਾ। ਤੂੰ ਇਹਨੇ ਜੀਵ ਨੂੰ ਜਪਾਇਆ, ਤੂੰ ਇਹਨੇ ਜੀਵ ਨੂੰ ਸਤਸੰਗਤ ਵਿੱਚ ਲੈ ਕੇ ਆਇਆ, ਤੂੰ ਇਹਨੇ ਜੀਵਾਂ ਦੇ ਨਾਲ ਪ੍ਰੇਮ ਦੀਆਂ ਗੱਲਾਂ, ਗੁਰੂ ਨਾਨਕ ਦੀਆਂ ਗੱਲਾਂ ਕੀਤੀਆਂ, ਤੈਨੂੰ ਵੀ ਕੁਝ ਨਾ ਕੁਝ ਮਿਲੇਗਾ ਨਾ, ਲਾਹਾ ਮਿਲੇਗਾ। ਖਰੀਦਿਆ ਵੀ ਹੈ ਅਤੇ ਸਾਮਾਨ ਤਾਂ ਕੋਈ ਲੈ ਗਿਆ। ਆਹ ਹਟੀਵਾਨ ਬਾਜ਼ਾਰ ਦੇਖਦੇ ਨਾ, ਇੱਕ ਸਾਮਾਨ ਹੈ, ਉਹ ਇੱਕ ਵੇਚ ਕੇ ਹੈ, ਦੂਜਾ ਮਗਰ ਆਇਆ ਲੈ ਕੇ ਹੈ। ਸਾਮਾਨ ਦੀ ਕੀਮਤ ਸਮਾਤ ਨਾ ਨਿਕਲ ਗਈ, ਪਰ ਦੁਕਾਨਦਾਰ ਨੂੰ ਕੀ ਮਿਲਦਾ ਹੈ? ਮੁਨਾਫਾ ਮਿਲ ਜਾਂਦਾ ਹੈ। ਉਹਨੂੰ ਖਰੀਦਣ ਦੇ ਅਤੇ ਵੇਚਣ ਦੇ ਦਰਮਿਆਨ ਜੋ ਨੇ ਗੱਲਾਂ ਕੀਤੀਆਂ, ਜੋ ਨੇ ਵਿਵਹਾਰ ਕੀਤਾ, ਉਹਦੇ ਐਵਜ ਵਿੱਚ ਉਸ ਨੂੰ ਸਾਮਾਨ ਦਾ ਮੁਨਾਫਾ ਮਿਲਦਾ ਹੈ। ਸਾਮਾਨ ਤੇ ਮੈਨੂਫੈਕਚਰਰ ਬਣਾਉਂਦਾ ਅਤੇ ਕਸਟਮਰ ਲੈ ਜਾਂਦਾ ਹੈ, ਦੁਕਾਨਦਾਰ ਨੂੰ ਤਾਂ ਮੁਨਾਫਾ ਹੀ ਮਿਲਦਾ ਹੈ ਨਾ। ਇਵੇਂ ਗੱਲਾਂ ਤੇ ਗੁਰੂ ਕੀਆਂ ਨੇ, ਗੁਰੂ ਕੀ ਗੱਲਾਂ ਇੱਕ ਨੇ ਸੁਣੀਆਂ ਦੂਜੇ ਸੁਣਾਤੀਆਂ। ਸਾਨੂੰ ਵਿਚਕਾਰ ਕੀ ਮਿਲਦਾ ਹੈ? ਸਾਨੂੰ ਤਾਂ ਪਿਆਰ ਮਿਲਦਾ ਹੈ, ਇਹ ਲਾਹਾ ਮਿਲਿਆ ਹੈ। ਮਹਾਰਾਜ ਕਹਿਣ ਲੱਗੇ ਵਣ ਜਾ ਰਿਹਾ ਸੋ ਵਣਜ ਕਰ, ਲੈ ਲਾਹਾ ਮਨ ਹੱਸ। ਅਤੇ ਫਿਰ ਖੇੜਾ ਲੈ, ਆਨੰਦ ਲੈ, ਇਹਦੇ 'ਚ ਖੁਸ਼ੀ ਪ੍ਰਾਪਤ ਕਰ। ਇਸ ਤਰ੍ਹਾਂ ਤੇ ਤੂੰ ਭਾਈ ਇਹ ਨਾਮ ਦਾ ਵਪਾਰ ਕਰਿਆ ਕਰ। ਪਰਿਵਾਰ ਦੇ ਜੀ ਕਹਿਣ ਲੱਗੇ ਅੱਛਾ ਇਹ ਵਪਾਰ ਕਰਦੇ ਹੋ, ਚਲੋ ਜੇ ਤੁਸੀਂ ਤੁਰੇ ਫਿਰਨਾ ਇੱਦਾਂ ਹੀ ਕਰਨਾ ਨਾ, ਅਤੇ ਸੌਦਾਗਰੀ ਕਰ ਲਓ। ਸੌਦਾਗਰੀ ਉਹਨੂੰ ਕਹਿੰਦੇ ਅਸੀਂ ਜਿਹੜੇ ਸਾਮਾਨ ਲੱਦ ਕੇ ਤੁਰਦੇ ਫਿਰਦੇ ਨੇ, ਆ ਪਸ਼ੂਆਂ ਨੂੰ ਵੇਚ ਲਿਆ, ਸਾਮਾਨ ਵੇਚ ਲਿਆ। ਮਹਾਰਾਜ ਕਹਿਣ ਲੱਗੇ ਇਹਦਾ ਵੀ ਸਿਸਟਮ ਬੜਾ ਪਿਆਰਾ ਜੇ, ਅਸੀਂ ਤਾਂ ਇੱਦਾਂ ਕਰਦੇ ਹਾਂ। ਉਹ ਕੀ ਕਰਦੇ ਹੋ? ਅੰਦਰ ਦੀ ਸੌਦਾਗਰੀ ਕਿਹੜੀ ਹੈ? ਕਹਿਣ ਲੱਗੀ ਸੁਣ ਸ਼ਾਸਤ। ਭਾਈ ਸੁਣਿਆ ਕਰੋ ਸ਼ਾਸਤਰਾਂ ਨੂੰ, ਚੰਗੀਆਂ ਪੋਥੀਆਂ ਪੜ੍ਹਿਆ ਕਰੋ, ਚੰਗੇ ਵਿਦਵਾਨਾਂ ਦੀਆਂ ਗੱਲਾਂ, ਗੁਰਬਤ ਦੀਆਂ ਗੱਲਾਂ ਸੁਣਿਆ ਕਰੋ। ਸੁਣ ਸ਼ਾਸਤ, ਕਿਉਂਕਿ ਉਦੋਂ ਸਭ ਤੋਂ ਉੱਤਮ ਸ਼ਾਸਤਰੀ ਕਹੇ ਜਾਂਦੇ ਸਨ। ਉਦੋਂ ਗੁਰਬਾਣੀ ਦੀ ਕੋਈ ਪੋਥੀ ਨਹੀਂ ਸੀ, ਚੇਤਾ ਰੱਖਣਾ। ਜਦੋਂ ਇਹ ਸੰਵਾਦ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦਾ ਹੋ ਰਿਹਾ, ਉਦੋਂ ਕੋਈ ਪੋਥੀ ਥੋੜ੍ਹਾ ਲਿਖੀ ਹੈ।
नहीं उदों तो शास्त्र ही लिखे सन ना। अज असीं इहदा भावक अर्थ करदे भाई प्रभु की बाणी नूं सुणिया करो, शास्त्र सुणिया करो, जिहदे विचों तुहानूं उपदेश मिलदा है, जीवन दी जुगता मिलदियां। ते असां कितों लैणी आ? असीं भाई जपजी साहब सुणो, भाई सुखमनी साहब पढ़ो, सुणो विचारो, गुरबाणी नूं सुणो ते गुरबाणी नूं पढ़ो, सुण शास्त्र। फिर इहनूं शास्त्रां नूं सुण के की करिए? सौदागरी कर। जो इत्थों सुण के जांदे हो इहदी सौदागरी करिया करो। सौदागरी का मतलब हुंदा है एक थां तो असीं समान लैने आ, पंड बन के ले जाने आ, दूजे थां ते जाके बेच देने आ। सौदागर इदां ही करदे ना, जिथों सामान सस्ता अते थोक मिलदा लै लैंदे ने, फुटकर जाके वेच लैंदे ने। भाई इस गुरबाणी सत संगत चों सानूं थोक मिल जाती है। असीं पढ़िया सुनिया ते भाई सारा दिन इनूं वंडदे रहा करो। हर का नाम ध्याए सुण सबना नो करदान। जो इत्थों बाणी पढ़ के आपां सुन के जाने आ, इनूं अपने परिवार के जीवन च गाहे बगाहे जो घर होर नौकर चाकर सज्जन मित्र भैन भरा मिलते ने, साडे दसना तो कबोल ना निकले। जे कबोल निकले तो असीं व्यापार कटिया कि सुन के ते पढ़ के असीं होर गए तो वंड की रहे हैं ना भाई। जो सुन के पढ़ के गए वो वंडीए, गुरबाणी सुणीए, गुरबाणी पढ़ीए, गुरबाणी वंडीए, गुरु की गल वंडीए। दस दिया करो भाई असीं अज आ उपदेश श्री मुखवाक सानूं अज आ मिलिया सी, बई अज महाराज ने सानूं दे के है, आपां ते अपने दिन नूं इस तरह चलावना है। कोशिश करिए करके तो वेखीए कि भाई अज महाराज ने कहा हर जीव कृपा करे ता नाम ते जीव, भाई सारे ते महाराज कृपा करे। महाराज कह लगे सुन शास्त्र उप सच्चे उपदेश नूं सुन के सौदागरी कर। ते सौदागरी काते लदनी है? क्योंकि सौदागरी सामान लद के वो घोड़ियां ते खच्चरां ते बलदां ते लद के चलदे। कहन लगे 7 घोड़े लै चल। 7 का मतलब गिणती दे 7 नहीं गा, 7 का घोड़ा विश्वास का घोड़ा। जो कुछ व्यवहार उपदेश साडा 7 ते आधारित होवे। ये ना होवे कि असीं अपने झूठ नूं प्रगट करन वास्ते अपने झूठ ते पर्दा पाउण वास्ते गुरबाणी दे तुकां वरत रहे होईए। बहुत लोग ने जो अपनी गल भावें झूठी सच्ची होवे उहनूं साबित करन वास्ते गुरबाणी दी तुकां वरत रहे। ना भाई साडा घोड़ा 7 दा होवे, भाव संतोखी घोड़ा सच है। जो असीं कहना जिन्ना कहना है वो सच्चो सच होवे। जिहदे ते सामा लदया है मन रूपी घोड़ा 7 ते आधारित होवे। 7 घोड़े लै चल भाई, घोड़ियां दा व्यापार करना ते भाव 7 दा व्यापार करना है। उत्ते बलदना कीए खर्च बन चंगियाइयां। चंगियाइयां कर। आ हुणे सुणिया ना, चंगियाइयां बुरियाइयां वाचै धर्म हदूर। साडे जीवन भर दियां चंगियाइयां अते बुरियाइयां ये स्टोर हो रही ने, ये पंडां बन्नियां जा रही ने, एक दिन खुलणियां ने। जिस दिन साडा शरीर छुटिया ते धर्मराज दे दर ते साडी पेशी हुई, उस दिन साडियां पंडां खुल जाणियां ने। उन्हां पंडां चों की निकलेगा? किते ऐसा ना होवे कि साडी बुराई दी पंड वड्डी हो जाए, गुरमुख जनां दी चंगियाई दी पंड वड्डी होवेगी। हुण असां ते सोचना ना की करिए। महाराज कहने लगे खर्च बन भाई, खर्चा बन। जिवें सफरां ते जाना हुंदा है ते असीं खर्च दा इंतजाम करदे हां भी इन्ना साजो समान राह दा खर्च लगना है। असीं अपने टिफिन पैक करदे हां, साजो समान रखदे हां। खर्चा बन के चंगियाइयां दा खर्चा बन। एक दिन यात्रा ते जाना है, उस यात्रा ते जिहदा जिक्र पिछे पराग वडहंस विच अलाहणियां दे रूप च पढ़दे आए हैं। लंबी यात्रा ते जाना भाई, चंगियाइयां बन लो। खर्च उही आउणियां ने, काम उही आउणियां ने, निंदा चुगली झूठ ने काम नहीं आउणा। खर्च बन चंगियाइयां ते कदों बनना? कह लगे मत मन जाने कल। कल दी गल नहीं, अज ही बन। कल ते कदे जिंदगी च आया ही नहीं ना, क्यों कल ते गुजर जाता है। शायद इसे करके साडे सियाणियां ने बीत गए नूं भी कल कह दिता ते आउण वाले नूं कल कह दिता। क्योंकि बीत गया कदे हथ नहीं आउणा ते आउण वाला कदे हथ आया नहीं। ये कल कदे थिआउंदा नहीं किसे नूं, ना बीत गया ते ना आउण वाला। इसे करके कल है। महाराज कहलक मत मन जाने कल। कल दी गल नहीं, अज दी गल कर। निरंकार कै देश जाहें। ते भाई जदों चंगियाइयां दी खर्च बन के एक दिन निरंकार के देश जाना है ना, तां सुख लहें, तां सुख मिलेगा। इत्थे कीतियां चंगियाइयां दे सदके तैनूं निरंकार दे घर सुख मिलेगा। फिर दूजा काम जो चाकरी नौकरी करते, चित ला के लाए चित कर चाकरी, चित ला के काम करे कर। अपने जो भी कर फर्ज साड़ी ड्यूटीज़ ने
जो भी साडे फर्ज ने चित ला के काम करया करो। सिमरन भी चित ला के करया करो। संसार के कार विहार भी चित ला के करया करो। बद्धे चुत ना करया करिए। लाए चित कर चाकरी मन नाम कर काम। संसार का व्यवहार जिवें कि ना हाथ पाव कर काम सब चीत निरंजन नाल। चित निरंजन ना लगा होवे बाहर दा कार विहार साडा बेहतरीन चलदा रहे ते काम चेता रखना। बन बदियां मन बदियां वल दौड़दा है ते बदियां वल दौड़दे हुए मन नूं बन कर धावणी। ये दौड़ भज करया करो। जिधर दौड़ के मन जाए पकड़ के लाया करो। असी काम लई दौड़ भज करदे नहीं, मन दे पिछे दौड़ भज करो। मन नूं पकड़ के बन लो ना भाई टिक जा। ताको आखै धन जिहड़ा मन नूं पकड़ लैंदा है दौड़ भज करके भाव विचारां करके वो धनंता योग हो जाता है। फिर नानक सतगुरु कहण लगे हुण देखो नानक वेखै नदर कर। ते जदों कोई अपने मन नूं दौड़ भज कर टिका लैंदा है फिर करता पुरख उत्ते खुशी करता है, प्यार करता है। जिन्होंने अज कहते कि नदर करे किरपा करे तां वेखै नदर कर। वेखदा है किरपा करके ते जदों गुरु करता किरपा करके वेखदा है फिर कहंदा चढ़ा है चौगण वन दिन दुनी ते रात चौगुणी तरक्की होण लग पैंदी, चढ़दी कला बन जाती। गुरुदेव किरपा करन असीं ऐसा कर सकीए, गुरु के उपदेश नूं समझ सकी, सुन सकी ते मन सकी, कमा सकीए। इतने कुछ बचन प्रवान करना भुल चुक दी खिमा आसीस अते प्यार देने फतेह बुलावना। वाहिगुरू जी का खालसा वाहिगुरू जी।